ਸਤਨਾਮ ਵਾਹਿਗੁਰੂ ਜੀਓ। ਹੋਂ ਕੁਰਬਾਨੈ ਜਾਉ ਮਿਹਰਵਾਨਾ, ਹੋਂ ਕੁਰਬਾਨੈ ਜਾਉ, ਹੋਂ ਕੁਰਬਾਨੈ ਜਾਉ ਤਿਨਾ ਕੈ, ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ ਤਿਨਾ ਕੈ, ਹੋਂ ਸਦ ਕੁਰਬਾਨੈ ਜਾਉ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਚਰਨਾਂ ਨਾਲ ਪਿਆਰ ਕਰਨ ਵਾਲੀ ਗੁਰੂ ਕੀ ਸਾਧ ਸੰਗਤ, ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਓ। ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮਹਾਨ ਕਿਰਪਾ ਸਦਕਾ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ 10 ਗੁਰੂ ਸਾਹਿਬਾਨਾਂ ਦੀ ਮਹਾਨਤਾ, ਉਹਨਾਂ ਦੇ ਗੁਣਾਂ ਦਾ ਜ਼ਿਕਰ ਆਪਾਂ ਰਲ ਮਿਲ ਕੇ ਕਰੀਦਾ। ਇਸ ਭਾਵਨਾ ਨਾਲ ਜਿਉਂ-ਜਿਉਂ ਸਤਿਗੁਰਾਂ ਦੇ ਗੁਰਸਿੱਖਾਂ ਦੇ ਗੁਣਾਂ ਨੂੰ ਯਾਦ ਕਰੀਏ, ਆਪਣੇ ਵਿੱਚ ਵੀ ਉਹ ਗੁਣ ਆਉਂਦੇ ਨੇ। ਜਿਹੋ ਜਿਹਾ ਸਾਹਮਣੇ ਸੁਰਤੀ ਦੇ ਕੋਈ ਪਿਕਚਰ ਤਸਵੀਰ ਬਣੇਗੀ, ਉਹੋ ਜਿਹਾ ਸਾਡਾ ਅੰਦਰ ਬਣੇਗਾ। ਉਸੇ ਤਰ੍ਹਾਂ ਹੀ ਜਿਨ੍ਹਾਂ ਰੂਹਾਂ ਨੇ, ਜਿਨ੍ਹਾਂ ਮਹਾਂਪੁਰਖਾਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਲੜ ਲਾਇਆ, ਜੋ ਕੁਛ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਉਪਦੇਸ਼ ਕਰਦੇ ਉਹਨੂੰ ਪਹਿਲਾਂ ਆਪ ਮੰਨਿਆ, ਉਸ ਨੂੰ ਕਮਾਇਆ, ਅਤੇ ਕਮਾਉਣ ਤੋਂ ਬਾਅਦ ਫਿਰ ਉਹ ਤੁਰੇ ਅਤੇ ਤੁਰ ਕੇ ਆਪ ਵੀ ਰੱਬ ਵਿੱਚ ਅਭੇਦ ਹੋਏ। ਅਤੇ ਫਿਰ ਰੱਬ ਵੱਲੋਂ ਉਹਨਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਵੀ ਜਾਓ ਤੁਸੀਂ ਜਗਤ ਦਾ ਭਲਾ ਕਰੋ। ਪਰ ਜਿਨ੍ਹਾਂ ਦੀਆਂ ਡਿਊਟੀਆਂ ਲੱਗਦੀਆਂ ਦਰਗਾਹ ਤੋਂ ਕੇਵਲ ਇੱਕ ਜਨਮ ਦੀ ਭਗਤੀ ਕਰਕੇ ਨਹੀਂ ਲੱਗਦੀਆਂ, ਪਤਾ ਨਹੀਂ ਕਿੰਨੇ ਜਨਮਾਂ ਦੀ ਕਮਾਈ ਤੋਂ ਬਾਅਦ ਫਿਰ ਕੋਈ ਉਹਦੇ ਘਰ ਪ੍ਰਵਾਨ ਹੁੰਦਾ ਅਤੇ ਜਿਹਨੂੰ ਦਰਗਾਹ ਦੀਆਂ ਚਾਬੀਆਂ ਮਿਲਦੀਆਂ ਨੇ। ਸਤਿਗੁਰੂ ਜੀ ਦੇ ਬਚਨ, ਸੰਤਨ ਹੱਥ ਰਾਖੀ ਕੂੰਜੀ, ਉਹ ਕੁੰਜੀ ਹਰ ਕਿਸੇ ਨੂੰ ਨਹੀਂ ਮਿਲਦੀ। ਜਿਹੜਾ ਉਹਦੇ ਨਾਲ ਇੱਕਮਿਕ ਹੋ ਚੁੱਕੇ, ਜਿਹਦੇ 'ਚ ਕੋਈ ਵੱਖਰੀ ਹੋਂਦ, ਕੋਈ ਵੱਖਰੀ ਖੋਮੇ ਨਾ ਹੋਵੇ, ਉਹਨਾਂ ਦੀਆਂ ਡਿਊਟੀਆਂ ਲੱਗਦੀਆਂ ਨੇ। ਇੱਕ ਇਹੋ ਜਿਹੀ ਮਹਾਨ ਪਵਿੱਤਰ ਸਤਿਗੁਰੂ ਜੀ ਦੇ ਘਰੋਂ ਕੋਈ ਨਿਵਾਜੀ ਹੋਈ ਆਤਮਾ, ਸਤਿਕਾਰਯੋਗ ਸੰਤ ਬਾਬਾ ਜਵਾਲਾ ਸਿੰਘ ਜੀ ਖਰਖੋਵਾਲ ਵਾਲੇ ਮਹਾਂਪੁਰਖਾਂ ਨੂੰ ਜਗਤ 'ਤੇ ਸਤਿਗੁਰੂ ਜੀ ਨੇ ਭੇਜਿਆ ਸੀ। ਅੱਜ ਆਪਾਂ ਸਤਿਕਾਰਯੋਗ ਬਾਬਾ ਜਵਾਲਾ ਸਿੰਘ ਸਾਹਿਬ ਜੀ ਖਰਖੋਵਾਲ ਵਾਲਿਆਂ ਦੀ ਐਵੇਂ ਪੰਛੀ ਝਾਤ ਮਾਰ ਕੇ ਬਾਹਰਲੀ ਇਸ ਜੀਵਨ ਦੇ ਅੰਦਰ ਜੋ ਉਹਨਾਂ ਨੇ ਥੋੜ੍ਹੇ ਕੌਤਕ, ਬੇਅੰਤ ਕੌਤਕ ਵਰਤਾਏ, ਪਰ ਉਹਨਾਂ 'ਚੋਂ ਥੋੜ੍ਹੇ ਜਿਹੇ ਸਾਂਝੇ ਕਰਾਂਗੇ ਤਾਂ ਕਿ ਉਹਨਾਂ ਦੇ ਜੀਵਨ ਤੋਂ, ਉਹਨਾਂ ਦੀ ਰਹਿਣੀ ਤੋਂ, ਉਹਨਾਂ ਦੇ ਵੱਲੋਂ ਸੰਗਤਾਂ 'ਤੇ ਕੀਤੀਆਂ ਬਖਸ਼ਿਸ਼ਾਂ ਦਾ ਸਾਨੂੰ ਗਿਆਨ ਹੋ ਸਕੇ। ਸਭ ਤੋਂ ਪਹਿਲੀ ਗੱਲ ਵੇਖਣ ਵਾਲੀ ਇਹ ਹੈ, ਜਿਵੇਂ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤੇ ਨਾ, ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ। ਪਹਿਲਾਂ ਅਕਾਲ ਪੁਰਖ ਕੋਲੋਂ ਆਪਣਾ ਬਖਸ਼ਵਾ ਲਿਆ, ਬਾਅਦ ਵਿੱਚ ਘਾਲ ਕਮਾਈ ਕੀਤੀ ਜਾਂਦੀ। ਧੰਨ ਗੁਰੂ ਨਾਨਕ ਸਾਹਿਬ ਖੁਦ ਪਰਮੇਸ਼ਰ ਸਰੂਪ ਹਨ, ਉਹ ਕੋਈ ਜੂਨਾਂ ਵਿੱਚ ਨਹੀਂ ਆਏ, ਉਹ ਤਾਂ ਸਾਰੀ ਸ੍ਰਿਸ਼ਟੀ ਦੇ ਮਾਲਕ ਨੇ। ਪਰ ਦੇਖੋ, ਉਸ ਕਾਇਦਾ ਕਾਨੂੰਨ ਮੁਤਾਬਕ ਇਸ
ਚੋਲੇ ਵਿੱਚ ਆ ਕੇ ਵੀ ਰੇਤ ਅੱਕ ਆਹਾਰ ਕਰ ਰੋੜਾਂ ਦੀ ਕੁਰਕਰੀ ਵਿਛਾਈ। ਭਾਰੀ ਕਰੀ ਤਪੱਸਿਆ ਵੱਡੇ ਭਾਗ, ਹਰ ਸਿਉ ਬਣ ਆਈ ਉਹ ਕਮਾਈ ਕਰਦੇ ਕਨ। ਇਸੇ ਤਰ੍ਹਾਂ ਹੀ ਭਾਵੇਂ ਇਹ ਮਹਾਂਪੁਰਖ ਲੋਕ ਹੈ, ਪਹਿਲਾਂ ਰੱਬ ਦੇ ਘਰੋਂ ਬਖਸ਼ੇ ਹੁੰਦੇ ਹਨ, ਪਰ ਜਗਤ 'ਤੇ ਆ ਕੇ ਕੁਝ ਸਮਾਂ ਫੇਰ ਆਮ ਸੰਸਾਰੀ ਜੀਵਾਂ ਵਾਂਗੂ ਹੱਸਦੇ ਖੇਡਦੇ, ਸਕੂਲਾਂ ਕਾਲਜਾਂ ਵਿੱਚ ਪੜ੍ਹਦੇ, ਰੋਜੀ ਰੋਟੀ ਲਈ ਨੌਕਰੀ ਕਰਦੇ। ਉਸ ਤੋਂ ਬਾਅਦ ਫਿਰ ਜਦੋਂ ਸਮਾਂ ਹੁੰਦਾ ਹੈ ਤੇ ਨਿਰੰਕਾਰ ਸਾਰੀ ਕਮਾਈ ਨੂੰ ਪ੍ਰਗਟ ਕਰਕੇ ਜਗਤ ਦੇ ਸਾਹਮਣੇ ਰੱਖਦਾ ਤਾਂ ਕਿ ਹੁਣ ਜਗਤ ਦਾ ਭਲਾ ਹੋ ਜਾਵੇ। ਬਿਲਕੁਲ ਇਸੇ ਤਰ੍ਹਾਂ ਸਤਿਕਾਰਯੋਗ ਸੰਤ ਬਾਬਾ ਜਵਾਲਾ ਸਿੰਘ ਜੀ ਖਰਖੋਵਾਲ ਵਾਲੇ, ਲੰਗੇਰੀ ਪਿੰਡ ਹੈ, ਜ਼ਿਲ੍ਹਾ ਹੁਸ਼ਿਆਰਪੁਰ ਅੰਦਰ। ਇੱਥੇ ਇੱਕ ਜੋੜਾ ਰਹਿੰਦਾ ਸੀ, ਸਰਦਾਰ ਨਰਾਇਣ ਸਿੰਘ ਸਾਹਿਬ ਜੀ ਅਤੇ ਮਾਤਾ ਰਾਜ ਕੌਰ ਜੀ। ਇਹ ਜੋੜੇ ਨੂੰ ਸਤਿਗੁਰੂ ਜੀ ਨੇ 7 ਧੀਆਂ ਬਖਸ਼ੀਆਂ। ਪੁੱਤਰ ਦੀ ਘਾਟ ਸੀ ਮਹਿਸੂਸ ਹੁੰਦੀ। ਕਿਸੇ ਵੀ ਮਹਾਤਮਾ ਸਾਧੂ ਨੇ ਆਉਣਾ ਅਤੇ ਇਹਨਾਂ ਨੇ ਬਹੁਤ ਪਿਆਰ ਨਾਲ ਸੇਵਾ ਕਰਨੀ। ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਨਿਰੰਕਾਰ ਨੇ ਸਬੱਬ ਬਣਾਇਆ। ਇੱਕ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਕਾਨ ਜੀ ਉਹ ਇੱਧਰ ਆਏ। ਇਹ ਸੁਭਾਗ ਜੋੜੇ ਦੋਨਾਂ ਨੇ ਬਹੁਤ ਪਿਆਰ ਨਾਲ ਉਹਨਾਂ ਦੀ ਸੇਵਾ ਕੀਤੀ, ਪ੍ਰਸ਼ਾਦ ਪਾਣੀ ਛਕਾਇਆ। ਛਕਾਉਣ ਤੋਂ ਬਾਅਦ ਉਹਨਾਂ ਨੂੰ ਕਹਿੰਦੇ ਜੀ ਆਰਾਮ ਤੁਸੀਂ ਕਰੋ ਅਤੇ ਅਸੀਂ ਤੁਹਾਡੀ ਸੇਵਾ ਕਰਾਂਗੇ। ਸਰਦਾਰ ਨਰਾਇਣ ਸਿੰਘ ਜੀ ਮੁੱਠੀ ਚਾਪੀ ਕਰਨ ਲੱਗ ਪਏ ਅਤੇ ਮਾਤਾ ਰਾਜ ਕੌਰ ਜੀ ਪੱਖਾ ਕਰਨ। ਸਾਧੂ ਆਰਾਮ ਕਰ ਰਿਹਾ ਹੈ। ਜਦੋਂ ਵੇਖਿਆ ਵੀ ਦੋਨੋਂ ਜੀ ਕਿੰਨੇ ਡਾਢੇ ਚਾਵਾਂ ਨਾਲ ਪਹਿਲਾਂ ਪ੍ਰਸ਼ਾਦ ਛਕਾਇਆ ਨੇ, ਹੁਣ ਇੱਕ ਮੁੱਠੀ ਚਾਪੀ ਕਰ ਰਿਹਾ ਅਤੇ ਦੂਜਾ ਪੱਖਾ ਚੱਲ ਰਿਹਾ ਹੈ। ਕਿਹੜੀ ਸ਼ਰਧਾ ਅਤੇ ਪਿਆਰ ਦੇਣਾ ਹੁੰਦਾ, ਢੰਗ ਬਣਾ ਦਿੱਤਾ। ਬਾਬਾ ਕਾਨ ਜੀ ਕਹਿਣ ਲੱਗੇ, ਬੀਬਾ ਇੰਨੇ ਪਿਆਰਾਂ ਨਾਲ ਸੇਵਾ ਕਰਨ ਵਾਲਾ ਪਰਿਵਾਰ, ਪਰ ਤੁਹਾਡੇ ਚਿਹਰੇ 'ਤੇ ਉਹ ਖੁਸ਼ੀ ਨਹੀਂ ਜਿਹੜੀ ਸਾਨੂੰ ਦਿਸਣੀ ਚਾਹੀਦੀ ਸੀ। ਕੀ ਗੱਲ ਉਦਾਸ ਹੋ ਕਿਸੇ ਗੱਲੋਂ? ਕਿਸੇ ਚੀਜ਼ ਦੀ ਘਾਟ ਏ? ਰੋ ਪਈ। ਅੰਦਰ ਜੋ ਭਰਿਆ ਪਿਆ ਸੀ ਉਹ ਡੁੱਲ ਗਿਆ ਨੇਤਰਾਂ ਰਾਹੀਂ। ਪਿਆਰ 'ਚ ਭਿੱਜ ਕੇ ਕਹਿਣ ਲੱਗੇ, ਮਹਾਤਮਾ ਜੀਓ, ਨਿਰੰਕਾਰ ਨੇ ਧੀਆਂ ਦਿੱਤੀਆਂ ਨੇ, ਪੁੱਤਰ ਦੀ ਘਾਟ ਹੈ, ਜੇ ਤਰੁੱਠੇ ਹੋ ਤੇ ਦਾਤ ਬਖਸ਼ੋ। ਉਹ ਚੁੱਪ ਹੋ ਗਏ। ਜਦੋਂ ਕੁਝ ਸਮਾਂ ਚੁੱਪ ਹੁੰਦੇ 5-7 ਮਿੰਟ ਤੇ ਖਿੜਖਿੜਾ ਕੇ ਹੱਸ ਪਏ, ਬਹੁਤ ਹੱਸੇ। ਇਸ ਭਾਗ ਜੋੜਾ ਸੀ ਭਾਗਾਂ ਵਾਲਾ। ਇਹਨਾਂ ਨੇ ਪੁੱਛਿਆ, ਹਜ਼ੂਰ ਆਪ ਜੀ ਇੰਨਾ ਹੱਸ ਕਿਉਂ ਰਹੇ ਹੋ? ਕਹਿਣ ਲੱਗੇ, ਨਿਰੰਕਾਰ ਦੀ ਖੇਡ ਵੇਖ ਕੇ ਹੱਸ ਰਿਹਾ ਵਾਂ। ਉਹ ਵੀ ਕਿਹੜਾ ਕਿਹੜਾ ਰੂਪ ਬਣਾਉਂਦਾ। ਇੱਕ ਪਾਸੇ ਨਿਰੰਕਾਰ ਨੇ ਤੁਹਾਡੇ ਭਾਗਾਂ ਵਿੱਚ ਪੁੱਤਰ ਨਹੀਂ ਲਿਖਿਆ, ਉਹ ਲਿਖ ਰਹੇ ਨੇ ਵੀ ਨਹੀਂ ਪੁੱਤਰ। ਦੂਜੇ ਪਾਸੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਰੂਪ ਵਿੱਚ ਹੋ ਕੇ ਆਪੇ ਹੀ ਪਰਮੇਸ਼ਰ ਉਹਨੇ ਲਿਖ ਦਿੱਤਾ, ਇੱਕ ਨਹੀਂ 3 ਪੁੱਤਰ ਹੋਣਗੇ। ਇੱਕ ਐਸੀ ਖੇਡ ਜੋ ਗੁਪਤ ਚੱਲਦੀ ਏ, ਮਹਾਂਪੁਰਖ ਲੋਕ ਉਹਨੂੰ ਪ੍ਰਗਟ ਕਰ ਦਿੰਦੇ ਨੇ। ਜੋ ਕੁਝ ਉਹਦੇ ਘਰ ਦਾ ਨਿਯਮ ਹੈ, ਅੱਤ ਦੀ ਸ਼ਰਧਾ ਭਾਵਨਾ ਹੋਵੇ ਅਤੇ ਉਹਦੇ ਘਰੋਂ ਲਿਖਾਇਆ ਜਾ ਸਕਦਾ ਹੈ। ਮੈਂ ਬੇਨਤੀ ਕਰਾਂ, 10 ਗੁਰੂ ਸਾਹਿਬਾਨ ਕੂਕ ਕੂਕ ਕੇ ਪੁਕਾਰ ਕੇ ਕਹਿੰਦੇ ਨੇ ਭਈ ਜੇਕਰ ਜੋ ਤੁਹਾਡੇ ਭਾਗ ਵਿੱਚ ਲਿਖਿਆ ਏ, ਜੋ ਤੁਸੀਂ ਚਾਹੁੰਦੇ ਹੋ ਬਦਲਣਾ, ਅਤੇ ਸਤਿਗੁਰੂ ਪਰਮੇਸ਼ਰ ਦਾ ਪੱਲਾ ਪਕੜੋ, ਉਹ ਬਦਲ ਦੇਵੇਗਾ। ਬਦਲਿਆ ਜਾ ਸਕਦਾ ਹੈ। ਬਦਲਣ ਲਈ ਹੀ 10 ਜਾਮੇ ਧਾਰਨ ਕੀਤੇ ਹਨ। ਕਦੇ ਨਾ ਜੋ ਕੁਝ ਜੀਵਨ ਚੱਲ ਰਿਹਾ ਦੁੱਖਾਂ ਕਲੇਸ਼ਾਂ ਭਰਿਆ ਜਾਂ ਕਿਸੇ ਗੱਲ ਤੋਂ ਘਾਟ ਕਰਕੇ ਤੁਸੀਂ ਰੋਂਦੇ ਕੁਰਲਾਉਂਦੇ ਨਾ ਕੀਮਤੀ ਜਨਮ ਗਵਾ ਉਹ ਨਹੀਂ। ਕਹਿੰਦੇ ਸਤਿਗੁਰੂ ਪਰਮੇਸ਼ਰ ਦਾ ਪੱਲਾ ਪਕੜੋ ਸਹੀ। ਉਹ ਕਿਹੜੀ ਦਾਤ ਤੀ ਜਿਹੜੀ ਨਹੀਂ ਝੋਲੀ ਪਾ ਸਕਦੇ। ਉਹਨੇ ਲਿਖਣਾ ਸੀ ਪਹਿਲਾਂ ਵੀ, ਹੁਣ ਲਿਖਾ ਲਵੋ। ਪਰ ਲਿਖਾਉਣ ਲਈ ਅੰਦਰ ਅੰਤਾਂ ਦੀ ਸ਼ਰਧਾ ਹੋਵੇ, ਪਿਆਰ ਹੋਵੇ, ਸਿਦਕ ਭਰੋਸਾ ਹੋਵੇ। ਉਹ ਲਿਖ ਦਿੰਦਾ, ਜਿਵੇਂ ਮਾਂ ਸੁਲੱਖਣੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕੋਲੋਂ ਲਿਖਵਾ ਲਿਆ ਸੀ। ਇਸੇ ਤਰ੍ਹਾਂ ਹੀ ਸੇਵਾ ਵਜੋਂ ਜਦੋਂ ਹੋਈ ਤੇ ਭਾਗ ਬਣੇ, ਲਿਖ ਦਿੱਤਾ। ਕੇਵਲ ਪੁੱਤਰ ਨਹੀਂ ਲਿਖੇ, ਇੱਕ ਬ੍ਰਹਮ ਗਿਆਨੀ ਪੁੱਤਰ ਨੂੰ ਸੱਦਾ ਦਿੱਤਾ, ਇਸ ਘਰ ਵਿੱਚ ਆਵੇ ਤੇ ਇਹਨਾਂ ਨੂੰ ਆਪਣੇ ਮਾਪੇ ਬਣਾਵੇ।
ਪਿਆਰਿਓ, ਨਿਰੰਕਾਰ ਜੀ ਦੀ ਕਿਰਪਾ ਵਰਤੀ ਸਾਧੂ ਚਲਾ ਗਿਆ। ਸਤਿਗੁਰੂ ਜੀ ਨੇ 3 ਮਈ 1899 ਨੂੰ 80 ਤੇ 9 1899 ਐਤਵਾਰ ਅੰਮ੍ਰਿਤ ਵੇਲੇ 2 ਵਜੇ ਸਾਲ ਬਾਅਦ ਬਾਬਾ ਜੀ ਦਾ ਸਤਿਕਾਰਯੋਗ ਧੰਨ ਬਾਬਾ ਜਵਾਲਾ ਸਿੰਘ ਸਾਹਿਬ ਜੀ ਉਹਨਾਂ ਦਾ ਜਨਮ ਖੁੰਦਾ ਹੈ। ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹਨ। 2 ਭਰਾ ਹੋਰ ਸਨ ਹੋਏ। ਅਤੇ ਆਪਾਂ ਗੱਲ ਕਰੀਏ ਮਹਾਂਪੁਰਖਾਂ ਦੀ, ਛੋਟੇ ਸਨ, ਬਹੁਤ ਸਾਧੂਆਂ ਦੀਆਂ ਮਹਾਂਪੁਰਖਾਂ ਦੀਆਂ ਸੀਸਾਂ ਸਨ, ਸੇਵਾ ਨੂੰ ਭਾਗ ਲੱਗੇ। 13 ਸਾਲ ਦੇ ਸਨ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਸੰਥਿਆ ਕਰ ਲਈ। 18 ਸਾਲ ਦੇ ਜਵਾਨ ਹੋਏ ਅਤੇ ਫੌਜ ਵਿੱਚ ਭਰਤੀ ਕਰਾ ਦਿੱਤਾ। ਮਹਾਰਾਜ ਉੱਧਰ ਦੀਆਂ ਵਿਧੀਆਂ ਬਣਾ ਰਹੇ ਸਨ। ਜਦੋਂ ਫੌਜ ਵਿੱਚ ਗਏ, ਅੰਗਰੇਜ਼ ਰਾਜ ਸੀ, ਅਤੇ ਫੌਜੀਆਂ ਵਿੱਚ ਨਾ ਸਤਿਕਾਰਯੋਗ ਬਾਬਾ ਕਰਮ ਸਿੰਘ ਹੋਤੀ ਮਰਦਾਨਪੁਰਾਂ ਦਾ ਬਹੁਤ ਵਧੇਰੇ ਪ੍ਰਭਾਵ ਸੀ। ਉਹਨਾਂ ਦੇ ਅਸਥਾਨ 'ਤੇ ਬਿਰਾਜਮਾਨ ਸਨ ਉਦੋਂ ਸਤਿਕਾਰਯੋਗ ਬਾਬਾ ਆਇਆ ਸਿੰਘ ਸਾਹਿਬ ਜੀ। ਅਤੇ ਬਹੁਤ ਸਾਰੇ ਫੌਜੀ, ਸੂਬੇਦਾਰ, ਵੱਡੇ ਛੋਟੇ ਅਫਸਰ ਅਕਸਰ ਹੀ ਛੁੱਟੀ ਵੇਲੇ ਉਸ ਅਸਥਾਨ 'ਤੇ ਜਾਂਦੇ। ਮਨ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ। ਭਜਨ ਬੰਦਗੀ ਵਾਲੇ ਉਹਨਾਂ ਦੀ ਦਾਤ ਮੰਗਦੇ ਅਤੇ ਉਹਨਾਂ ਨੂੰ ਮਿਲਦੀ। ਅੰਮ੍ਰਿਤ ਦੀ ਦਾਤ ਵਰਤਦੀ। ਉਹ ਜਿਹੜਾ ਇੱਕ ਵਾਰ ਜਦੋਂ ਇਹ ਨੌਕਰੀ ਕਰਦਿਆਂ ਫੌਜੀਆਂ ਕੋਲੋਂ ਗੱਲਾਂ ਤਾਂ ਸੁਣੀਆਂ ਸੀ, ਪਰ ਇੱਕ ਵਾਰੀ ਕੀ ਹੋਇਆ, ਜਦੋਂ ਸੂਬੇਦਾਰ ਅਤੇ ਬਹੁਤ ਸਾਰੇ ਫੌਜੀ ਗਏ, ਬਾਬਾ ਆਇਆ ਸਿੰਘ ਜੀ ਖੁਰਾ ਨੇ ਖੁਦ ਉਹਨਾਂ ਨੂੰ ਕਿਹਾ, ਸੂਬੇਦਾਰ ਨੂੰ, ਤੁਹਾਡੀ 34 ਨੰਬਰ ਜਿਹੜੀ ਪਲਟਨ, ਸਿੱਖ ਪਲਟਨ, ਉਹਦੇ 'ਚ ਇੱਕ ਸਰਦਾਰ ਜਵਾਲਾ ਸਿੰਘ ਨਾਮ ਦਾ ਨੌਜਵਾਨ ਹੈ, ਉਹਨਾਂ ਨੂੰ ਅਗਲੀ ਵਾਰੀ ਤੁਸੀਂ ਨਾਲ ਲੈ ਕੇ ਆਉਣਾ। 7 ਬਚਨ। ਸੂਬੇਦਾਰ ਸਮਝ ਗਿਆ ਉਹ ਚੇਚਾ ਬਾਬਾ ਜੀ ਨੇ ਜਦੋਂ ਬੁਲਾਇਆ ਏ ਤਾਂ ਜ਼ਰੂਰ ਕੋਈ ਘਟਨਾ ਵੱਡੀ ਵਾਪਰੇਗੀ। ਜਾ ਕੇ ਸੁਣਿਆ ਦਿੱਤਾ। ਬਾਬਾ ਜਵਾਲਾ ਸਿੰਘ ਸਾਹਿਬ ਜੀ ਹੈਰਾਨ, ਅਸੀਂ ਤਾਂ ਕਿਸੇ ਮਹਾਂਪੁਰਖ ਨੂੰ ਜਾਣਦੇ ਨਹੀਂ, ਤੁਹਾਡੇ ਕੋਲੋਂ ਨਾਂ ਸੁਣਿਆ, ਉਹ ਕਿਵੇਂ ਮੈਨੂੰ ਜਾਣਦੇ ਹਨ? ਅੱਛਾ, ਅੰਦਰ ਚਾਹ ਵੀ ਅਤੇ ਹੈਰਾਨਗੀ ਵੀ। ਜਦੋਂ ਉਹ ਸੂਬੇਦਾਰ ਵੇਖ ਰਿਹਾ ਸੀ ਵੀ ਨਾਲ ਲੈ ਕੇ ਜਾਵਾਂਗੇ, ਜ਼ਰੂਰ ਕੋਈ ਖਾਸ ਗੱਲ ਉਹ ਹੀ ਹੋਈ। ਜਦੋਂ ਸਾਰੇ ਸਿੱਖ ਪਲਟਣ ਗਏ, ਬਾਬਾ ਜੀ ਖੁਰਾਂ ਨੇ ਜਾ ਦਰਸ਼ਨ ਕੀਤੇ। ਬਾਬਾ ਆਇਆ ਸਿੰਘ ਜੀ ਖੁਰਾਂ ਦੇ ਦਰਸ਼ਨ ਕਰਦਿਆਂ ਸਾਰੀ ਬਾਬਾ ਜਵਾਲਾ ਸਿੰਘ ਸਾਹਿਬ ਜਿਹੜਾ ਅੰਦਰ ਸੀ ਉਹ ਸਾਰਾ ਪਿਆਰਾਂ ਨਾਲ ਭਰ ਕੇ ਉਹਨਾਂ ਦੇ ਚਰਨਾਂ ਵਿੱਚ ਰੁੜ ਪਿਆ। ਬਾਬਾ ਆਇਆ ਸਿੰਘ ਸਾਹਿਬ ਨੇ ਇੰਨਾ ਹੀ ਕਿਹਾ, ਪੁੱਤਰ ਆ ਗਏ ਹੋ? ਹਾਂ ਪਿਤਾ ਜੀ। ਇਹ 2 ਸ਼ਬਦਾਂ ਵਿੱਚ ਹੀ ਉਪਦੇਸ਼ ਲੈ ਵੀ ਲਿਆ, ਦੇਣ ਵਾਲੇ ਨੇ ਦੇ ਵੀ ਦਿੱਤਾ। ਦੇਣ ਵਾਲੇ ਨੇ ਕਿਹਾ ਸੀ, ਆ ਗਏ ਹੋ ਪੁੱਤਰ? ਅਤੇ ਦੇਣ ਵਾਲਾ ਕਹਿ ਰਿਹਾ, ਹਾਂ। ਜਿਸ ਨੇ ਦੇਣਾ ਸੀ ਉਹਨੇ ਪੁੱਛਿਆ, ਆ ਗਏ ਹੋ? ਜਿਹਨੇ ਲੈਣਾ ਸੀ ਕਹਿੰਦੇ, ਹਾਂ ਪਿਤਾ ਜੀ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ। ਸੇਵਾ ਵਿੱਚ ਲੱਗ ਕੇ ਬਾਕੀ ਬਾਬਾ ਜੀ ਵੀ ਲੱਗ ਗਏ। ਇਹੋ ਜਿਹਾ ਨਸ਼ਾ ਚੜ੍ਹਿਆ, ਇੱਕ ਪਾਸੇ ਸਮਾਧੀ ਲਾ ਲਈ, ਸਾਰਾ ਦਿਨ ਰਾਤ ਬੈਠੇ ਰਹੇ। ਵਾਪਸ ਮੁੜਨਾ ਸੀ। ਕਹਿਣ ਲੱਗੇ, ਜਵਾਲਾ ਸਿੰਘ ਨੌਜਵਾਨ ਨਹੀਂ ਦਿਸਦਾ। ਪਤਾ ਕੀਤਾ ਉਹ ਸਮਾਧੀ ਵਿੱਚ ਨੇ। ਬੁਲਾਇਆ, ਉੱਠਣ ਨੂੰ ਜੀ ਨਹੀਂ ਸੀ ਚਾਹੁੰਦਾ, ਪਰ ਬੁਲਾ ਕੇ ਬਾਬਾ ਆਇਆ ਸਿੰਘ ਸਾਹਿਬ ਜੀ ਦੇ ਜਦੋਂ ਸਨਮੁਖ ਹੋਏ, ਬਸ ਉਦੋਂ ਕੀ ਸੀ ਜੀ ਨਹੀਂ ਕਰਦਾ ਵਾਪਸ ਜਾਣ ਨੂੰ, ਮੇਰੇ 'ਤੇ ਕਿਰਪਾ ਕਰੋ। ਬਾਬਾ ਜੀ ਖੁਰਾ ਨੇ ਕਿਹਾ ਸੀ, ਇੱਕ ਵਾਰ ਭੇਜ ਦਿੱਤਾ ਸੀ। ਦੁਬਾਰਾ ਜਦੋਂ ਆਏ ਨੇ ਅਤੇ ਉਦੋਂ ਖੱਤ ਜੁੜੇ ਸਨ ਵੀ ਕਿਰਪਾ ਕਰੋ। ਕਹਿਣ ਲੱਗੇ, ਅੰਮ੍ਰਿਤ ਵੇਲੇ ਆਉਣਾ ਤੁਸੀਂ 2 ਵਜੇ। 7 ਬਚਨ। ਸਾਰੀ ਰਾਤ ਉਡੀਕਦਿਆਂ ਵੀ ਅੰਮ੍ਰਿਤ ਵੇਲੇ ਕਿਰਪਾ ਹੋਣੀ। ਨੀਂਦ ਕਿਹਨੂੰ? ਪਿਆਰੇ ਨੇ ਘਰ ਆਉਣਾ ਹੋਵੇ। ਕਿਹੜਾ ਪਿਆਰਾ? ਜਿਹੜਾ ਅਣਡਿੱਠਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਘੱਟ ਘੱਟ ਮੈਂ ਘਰ ਜੋ ਬਸੈ, ਉਹਦੇ ਲੜ ਲੱਗਣਾ ਸੀ। ਕਿਹੜਾ? ਜਿਹੜਾ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਉਹਦੇ ਅੰਦਰੋਂ ਦੀਦਾਰ ਕਿਸੇ ਕਰਵਾਣੇ ਸਨ ਟੁੱਟ ਕੇ, ਜਿਹਨੂੰ ਕਹਿੰਦੇ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ।
ਜਿਹੜਾ ਤਮਾਮ ਖੰਡਾ ਬ੍ਰਹਮੰਡਾਂ ਦਾ ਮਾਲਕ ਹੈ, ਜਾ ਅੰਮ੍ਰਿਤ ਵੇਲੇ ਹਾਜ਼ਰ ਹੋਏ। ਜਦੋਂ ਹੀ ਹਾਜ਼ਰ ਹੋਏ ਨੇ, ਬਸ ਉਦੋਂ ਹੀ ਬਾਬਾ ਜੀ ਨੇ ਬੁਲਾਇਆ, ਆ ਗਏ। ਜੋ ਕਿਰਪਾ ਭਰੀ ਦ੍ਰਿਸ਼ਟੀ ਪਾਣੀ ਸੀ ਪਾਈ, ਕੁਛ ਬਚਨ ਵੀ ਕੀਤੇ, ਬਸ ਫਿਰ ਕੀ ਸੀ, ਫਿਰ ਅੰਦਰ ਉਹ ਨਹੀਂ ਰਹਿ ਗਿਆ। ਜਿਹੜੀ ਕਮਾਈਆਂ ਕੀਤੀਆਂ ਸੰਛਿਪੀਆਂ ਇੱਕਦਮ ਪ੍ਰਗਟ ਹੋ ਰਹੀਆਂ ਨੇ। ਰੋਮ ਰੋਮ ਵਿੱਚੋਂ ਸਤਿਗੁਰੂ ਪਰਮੇਸ਼ਰ ਦੇ ਨਾਮ ਦੀ ਖੁਸ਼ਬੂ ਫੈਲ ਗਈ ਏ। ਜਾਂ ਸਮਾਧੀ ਲਾਈ, ਕੱਪੜੇ ਉਤਾਰ ਦਿੱਤੇ। ਬਸ ਇਸੇ ਤਰ੍ਹਾਂ ਹੀ ਉਹਨਾਂ ਨੇ ਆਨੰਦ ਵਿੱਚ ਜਦੋਂ ਬੁਲਾਇਆ ਵੀ ਕੱਪੜੇ ਉਤਾਰ ਦਿੱਤੇ। ਬਾਬਾ ਆਇਆ ਸਿੰਘ ਜੀ ਕਹਿੰਦੇ, ਜੀ ਕੱਪੜੇ ਕਿਉਂ ਲਾਏ? ਜੀ ਤੁਹਾਡਾ ਹੁਕਮ ਸੀ ਕਿਸੇ ਅੱਗੇ ਹੱਥ ਨਹੀਂ ਅੱਡਣਾ। ਸੋਚਿਆ ਕੱਪੜੇ ਫਟਣਗੇ, ਫਿਰ ਕਿਸੇ ਕੋਲੋਂ ਮੰਗਾਂਗੇ, ਇਹਨਾਂ ਨੂੰ ਲਾ ਹੀ ਦਿਓ। ਨਹੀਂ ਬੇਟਾ, ਅਸੀਂ ਇਹ ਨਹੀਂ ਕਿਹਾ, ਬਖਸ਼ਿਸ਼ ਤੇ ਉਹਨਾਂ ਦੀ ਹੋਈ ਸੀ, ਜਣਾ ਰਹੇ ਸਨ। ਕਹਿੰਦੇ ਅਸੀਂ ਕਿਹਾ ਸੀ ਤੁਹਾਨੂੰ ਕਿਸੇ ਅੱਗੇ ਹੱਥ ਅੱਡਣਾ ਨਹੀਂ ਪਵੇਗਾ, ਜਗਤ ਤੁਹਾਡੇ ਸਾਹਮਣੇ ਹੱਥ ਅੱਡੇਗਾ। ਪਰ ਆਨੰਦ ਵਿੱਚ ਖੈਰ ਇੱਥੇ ਨਾ ਭੇਜ ਦਿੱਤਾ ਵਾਪਸ। ਫੌਜ ਵਿੱਚ ਜਾਂਦੇ ਸਰੀਰ ਫੌਜ ਵਿੱਚ, ਸੁਰਤੀ ਨਹੀਂ। ਸੁਰਤੀ ਹੁਣ ਅੱਠੇ ਪੈਰ ਗੁਰੂ ਸ਼ਬਦ ਵਿੱਚ ਤੇ ਜਾਂ ਸਤਿਕਾਰਯੋਗ ਬਾਬਾ ਆਇਆ ਸਿੰਘ ਸਾਹਿਬ ਜੀ, ਉਹਨਾਂ ਦੇ ਚਰਨਾਂ ਵਿੱਚ ਰਹਿੰਦੀ ਏ। ਇਸੇ ਸਮੇਂ ਦਰਮਿਆਨ ਹੀ ਨਾ ਕੀ ਹੋਇਆ, ਇੱਕ ਮਹਾਂਪੁਰਖ ਸਨ, ਉਹਨਾਂ ਦਾ ਨਾਮ ਹੀ ਬਾਬਾ ਕਾਨਦਾਸ ਜੀ ਸੀ। ਬੜੇ ਕਮਾਈ ਵਾਲੇ ਸਨ। ਉਹਨਾਂ ਨਾਲ ਮੇਲ ਹੋਇਆ, ਉਹਨਾਂ ਦੀ ਮਹਿਮਾ ਸੁਣੀ ਸੀ ਕਾਫੀ। ਪਰ ਉਹਨਾਂ ਦੇ ਦਰਸ਼ਨ ਕਰਨ ਨੂੰ ਜੀ ਚਾਹਿਆ, ਹੋਰ ਵੀ ਸੰਗਤਾਂ ਜਾਂਦੀਆਂ ਸਨ। ਪਰ ਉਹਨਾਂ ਲਈ ਮੁਸ਼ਕਲ ਇਹ ਸੀ, ਉਹ ਕਿਸੇ ਸੰਗਤ ਨੂੰ ਨੇੜੇ ਨਹੀਂ ਸਨ ਆਉਣ ਦਿੰਦੇ। ਜਿਹਨੇ ਨੇੜੇ ਜਾਣ ਨੂੰ ਗਾਲਾਂ ਕੱਢਣੀਆਂ, ਭਈ ਚਲੇ ਜਾਓ, ਤੁਸੀਂ ਇਸ ਤਰ੍ਹਾਂ ਕਿਉਂ ਸਾਡੇ ਕੋਲ ਆਉਂਦੇ ਹੋ। ਉਹ ਤਨ 'ਤੇ ਕੱਪੜੇ ਨਹੀਂ ਸਨ ਪਹਿਨਦੇ, ਪਰ ਹੈ ਸਨ ਪੂਰੇ ਲੋਕ, ਉਹਦੇ ਹੁਕਮ ਦੇ ਅੰਦਰ ਮਸਤ ਰਹਿੰਦੇ ਸਨ, ਉਹਦੇ ਪਿਆਰਾਂ ਵਿੱਚ। ਜਦੋਂ ਉਹਨਾਂ ਦੀ ਮਹਿਮਾ ਸੁਣੀ, ਕੋਈ ਕਿਸੇ ਨੇੜੇ ਜਾਣਾ, ਗਾਲਾਂ ਕੱਢਣੀਆਂ, ਵੱਟੇ ਮਾਰਨੇ, ਜੇ ਧੂਣੀ ਤਾ ਕੇ ਰੱਖਦੇ ਸਨ, ਉਹਦੇ 'ਚੋਂ ਕੋਈ ਨਾ ਕੋਈ ਲੱਕੜ ਚੁੱਕ ਵੀ ਡਰਾਉਣਾ ਵੀ ਤੁਹਾਨੂੰ ਅੱਗ ਲਾ ਕੇ ਭਜਾ ਦਿਆਂਗੇ। ਸੰਗਤਾਂ ਜਾਂਦੀਆਂ ਪਰ ਮੁੜ ਆਉਂਦੀਆਂ ਸਨ। ਦੂਰੋਂ ਹੀ ਪਤਾ ਜਿਹੜਾ ਬਚਨ ਹੋ ਗਿਆ ਪੂਰਾ ਹੋ ਜਾਣਾ। ਜਦੋਂ ਬਾਬਾ ਜੀ ਗਏ ਅਤੇ ਇਹ ਬਿਲਕੁਲ ਨੇੜੇ ਚਲੇ ਗਏ। ਕੋਈ ਗਾਲਾਂ ਕੱਢਣ, ਵੱਟੇ ਮਾਰਨ, ਪਰਵਾਹ ਨਹੀਂ ਕੀਤੀ ਬਾਬਾ ਜੀ ਹੋਰਾਂ ਨੇ। ਜਦੋਂ ਨੇੜੇ ਗਏ ਤਾਂ ਉਹਨਾਂ ਨੇ ਅੱਗ ਦਾ ਜਿਹੜਾ ਚੋਅ ਸੀ, ਲੱਕੜ ਨੂੰ ਅੱਗ ਲੱਗੀ ਇੱਕ ਪਾਸੇ ਅਜੇ ਨਹੀਂ, ਉਹ ਪਕੜ ਕੇ ਜ਼ੋਰ ਦੀ ਮਾਰਿਆ, ਮੱਥੇ 'ਤੇ ਵੱਜਾ, ਲਹੂ ਦੇ ਫੁਹਾਰੇ ਛੁੱਟ ਪਏ। ਪਰ ਬਾਬਾ ਜੀ ਤਾਂ ਵੀ ਹੱਥ ਜੋੜ ਕੇ ਅੱਗੇ। ਬਸ ਫਿਰ ਕੀ ਸੀ, ਬਾਬਾ ਕਾਂਦਾ ਭੱਜ ਕੇ ਆਏ, ਗਲਵੱਕੜੀ ਵਿੱਚ ਲੈ ਲਿਆ। ਐਖੋ ਜੀ ਬਸ ਉਹ ਗਲਵੱਕੜੀ ਵਿੱਚ ਲਿਆ, ਇੱਕ ਰੂਪ ਹੀ ਹੋ ਗਏ। ਦੋ ਸਰੀਰ ਦਿਸਦੇ ਨੇ, ਅੰਦਰੋਂ ਇੱਕ ਮਿੱਕ ਹੈ। ਪ੍ਰਸ਼ਾਦ ਪਾਣੀ ਇਕੱਠਾ ਹੋ ਗਿਆ। ਵੇਖਣ ਵਾਲੇ ਹੈਰਾਨ, ਜਿਨ੍ਹਾਂ ਦੇ ਨੇੜੇ ਨਹੀਂ ਕੋਈ ਬਹਿ ਸਕਦਾ, 1 ਮਿੰਟ ਦੂਰੋਂ ਹੀ ਵੇਖਣਾ ਪੈਂਦਾ, ਇੱਕ ਮਿੱਕ ਹੋ ਗਏ। ਉਹ ਨਿਸ਼ਾਨ ਸਾਰੀ ਜ਼ਿੰਦਗੀ ਉਹਨਾਂ ਦੇ ਮੱਥੇ 'ਤੇ ਦਿਸਦਾ ਰਿਹਾ। ਦਾਤਾਂ ਲੈਣੀਆਂ ਸੌਖੀਆਂ ਨਹੀਂ ਹਨ। ਕਿਸੇ ਸਤਿਪੁਰਸ਼ ਦੀ ਨਿੰਦਾ ਕਰਨੀ ਹੋਵੇ, ਬੰਦਾ 1 ਸਕਿੰਟ 'ਚ ਕਰਕੇ ਬਹਿ ਜਾਂਦਾ ਹੈ। ਪਤਾ ਨਹੀਂ ਇਹ ਕਿੰਨੀਆਂ ਜਨਮਾਂ ਦੀ ਘਾਲਣਾ ਤੋਂ ਬਾਅਦ ਇਹ ਦਾਤਾਂ ਮਿਲਦੀਆਂ ਨੇ ਅਤੇ ਕਿਹੜੇ ਮੁਸ਼ਕਲ ਸਮੇਂ 'ਚੋਂ ਲੰਘਣਾ ਪੈਂਦਾ ਹੈ। ਪਿਆਰਿਓ, ਜਦੋਂ ਕਿਸੇ ਦਾ ਅਦਬ ਸਤਿਕਾਰ ਵੇਖਦੀ ਨਾ ਦੁਨੀਆ, ਤਾਂ ਉਹਦਾ ਵੀ ਜੀ ਕਰਦਾ ਆਪਾਂ ਸਾਧੂ ਨਾ ਬਣ ਜਾਈਏ, ਮਹਾਂਪੁਰਖ ਨਾ ਬਣ ਜਾਈਏ। ਵੇਖੋ ਬੈਠਿਆਂ ਬਿਠਾਇਆਂ ਨੂੰ ਪ੍ਰਸ਼ਾਦੇ ਆ ਰਹੇ ਨੇ, ਕੱਪੜੇ ਆ ਰਹੇ ਨੇ, ਪੈਸਾ ਖੁੱਲ੍ਹਾ ਆ ਰਿਹਾ, ਜਿੰਨੇ ਮਰਜ਼ੀ ਬਣਾਓ ਮਕਾਨ, ਜੋ ਕੁਝ ਮਰਜ਼ੀ, ਗੱਡੀਆਂ ਵਧੀਆਂ, ਘੋੜੇ ਹਾਥੀ ਵਾਧੂ, ਸਾਰਾ ਕੁਝ ਆਪਾਂ ਵੀ ਨਾ ਕੰਮ ਕਰ ਲਈਏ। ਅਤੇ ਦੁਨੀਆ 'ਚ ਐਸਾ ਖੁੰਦਾ ਆਇਆ ਹੈ, ਕਮਾਈ ਨਹੀਂ ਖੁੰਦੀ, ਉਹ ਬਾਹਰੋਂ ਰੀਸ ਕਰਦੇ, ਪਾਖੰਡ ਬਣ ਜਾਂਦਾ, ਚੱਲ ਵੀ ਜਾਂਦਾ, ਪਰ 4 ਕੁ ਦਿਨ ਚੱਲਦਾ, ਮੁੜ ਕੇ ਲੋਕਾਂ ਨੂੰ ਪਤਾ ਲੱਗ ਜਾਂਦਾ ਅਸਲੀਅਤ ਦਾ, ਉਹਨਾਂ ਦਾ ਆਪਣਾ ਵੀ ਨੁਕਸਾਨ ਅਤੇ ਸੰਗਤਾਂ ਦਾ ਵੀ। ਰੀਸਾਂ ਕਰਨੀਆਂ ਸੌਖੀਆਂ ਨੇ, ਪਰ ਸੱਚਮੁੱਚ ਜਿਹੜੇ ਕਮਾਈ ਕਰਦੇ ਨੇ ਨਾ, ਉਹ ਨਹੀਂ ਪਤਾ ਹੁੰਦਾ ਜਦੋਂ ਘਾਲਦੇ ਨੇ, ਉਹਨਾਂ ਨੂੰ ਕਿਹੜੇ ਰਾਹਾਂ 'ਚੋਂ, ਮੁਸੀਬਤਾਂ ਅਤੇ ਮੁਸ਼ਕਲਾਂ 'ਚੋਂ ਲੰਘਣਾ ਪੈਂਦਾ। ਪੂਰਿਆਂ ਦੀ ਕਮਾਈ ਬਹੁਤ ਹੈ। ਏਡਾ ਵੱਡਾ ਪਰਚਾ ਸੀ, ਬਾਬਾ ਜੀ ਪਾਸ ਹੋ ਗਏ।
ਇਹਨਾਂ ਨੇ ਵੀ ਬਸਤਰ ਲੈ ਗਏ, ਕਿਉਂਕਿ ਅੰਮ੍ਰਿਤਧਾਰੀ ਸਨ। ਉਹ ਵੀ ਹੁਣ ਜਦੋਂ ਸ੍ਰੀ ਸਾਹਿਬ ਲੈ ਗਈ, ਦਿਨੇ ਰਾਤ ਮਸਤ ਨੇ, ਨਾਮ ਦੀ ਮਸਤੀ ਵਿੱਚ ਗੜੂੰਦ ਨੇ। ਜਦੋਂ ਕੁਛ ਦਿਨ ਆਖੰਡ ਲੰਘਿਆ, ਕਿਸੇ ਨੇ ਬਾਬਾ ਜੀ ਨੂੰ ਜਾ ਦੱਸਿਆ, ਬਾਬਾ ਆਇਆ ਸਿੰਘ ਸਾਹਿਬ ਜੀ ਨੂੰ, ਵੀ ਉਹਨੂੰ ਤੁਸੀਂ ਇੰਨਾ ਪਿਆਰ ਕੀਤਾ। ਉਹ ਬਸਤਰ ਉਹਨੇ ਲਾ ਦਿੱਤੇ, ਦਿਨੇ ਰਾਤ ਚੌਂਕੜੀ ਵੱਜੀ, ਨਾਮ ਦੀ ਮਸਤੀਆਂ ਵਿੱਚ ਬੈਠੇ ਨੇ। ਇਹਦੇ ਨਾਲ ਤੇ ਚੰਗਾ ਨਹੀਂ ਲੱਗਦਾ, ਇਲਾਕੇ 'ਚ ਪ੍ਰਭਾਵ ਗਲਤ ਪੈ ਰਿਹਾ। ਬਾਬਾ ਜੀ ਕਹਿੰਦੇ ਜਾਓ, ਸਾਡੇ ਵੱਲੋਂ ਉਹਨਾਂ ਨੂੰ ਕਹੋ ਬੁਲਾਇਆ, ਬੁਲਾ ਕੇ ਲਿਆਓ। ਸਿਣਿਆ ਲੈਣ ਵਾਲਾ ਜਦੋਂ ਗਿਆ ਨਾ, ਤੇ ਦੂਰੋਂ ਹੀ ਦੋਨੋਂ ਹੱਸ ਪਏ, ਕਹਿੰਦੇ ਵੱਡੇ ਸਾਹਿਬਾਨ ਨੇ ਬੁਲਾ ਲਿਆ, ਹੁਕਮ ਆ ਗਿਆ, ਚਲੋ ਚੱਲੀਏ। ਬਸਤਰ ਉਹਦੇ ਕੋਲੋਂ ਹੀ ਮੰਗਾ ਲਏ, ਪਾ ਕੇ ਹਾਜ਼ਰ ਹੋ ਗਏ। ਬਾਬਾ ਆਇਆ ਸਿੰਘ ਜੀ ਕਹਿਣ ਲੱਗੇ, ਬੇਟਾ ਪ੍ਰਵਾਨ ਨੂੰ ਰੱਬ ਦੇ ਘਰ, ਇਹ ਮਸਤੀ ਹੈ, ਕੋਈ ਪਖੰਡ ਨਹੀਂ, ਦਿਖਾਵਾ ਨਹੀਂ। ਇਹ ਸੁਰਤੀ ਦੀ ਹਾਲਤ ਤੇ ਜਦੋਂ ਹਰ ਚੀਜ਼ ਦਾ ਬਾਹਰਲੀ ਪਕੜ ਦਾ ਤਿਆਗ ਕਰਦੀ ਆਤਮਾ ਭਲਾਈ। ਪਰ ਇਹਦੇ ਨਾਲ ਜਿਹੜੀ ਡਿਊਟੀ ਲਾ ਕੇ ਆਏ ਹੋ, ਸਮਝਣਾ ਇਸ ਗੱਲ ਨੂੰ, ਜਿਹੜੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਤੁਹਾਡੀ ਧੁਰ ਦਰਗਾਹ ਤੋਂ ਡਿਊਟੀ ਲਾਈ ਏ, ਭਈ ਤੁਸੀਂ ਲੋਕਾਈ ਨੂੰ ਅੰਮ੍ਰਿਤ ਸੰਚਾਰ ਦੀ ਪ੍ਰੇਰਨਾ ਕਰਕੇ ਅੰਮ੍ਰਿਤ ਦੀ ਦਾਤ ਦੇਣੀ, ਪੰਜਾਂ ਪਿਆਰਿਆਂ ਦੀ ਰਾਹੀਂ ਸਤਿਗੁਰੂ ਨਾਲ ਜੋੜਨਾ, ਉਹ ਫਿਰ ਰੂਹਾਂ ਰਹਿ ਜਾਣਗੀਆਂ। ਇੰਜ ਕਰੋ, ਜੇ ਤੁਸੀਂ ਇਸ ਹਾਲਤ ਵਿੱਚ ਰਹਿਣਾ ਚਾਹੁੰਦੇ ਹੋ, ਫਿਰ ਇੱਕ ਜਨਮ ਹੋਰ ਲੈ ਲਿਓ ਤੇ ਆਪਣਾ ਕੰਮ ਪੂਰਾ ਤੇ ਤੁਹਾਨੂੰ ਹੀ ਕਰਨਾ ਪੈਣਾ। ਜਦੋਂ ਇਹ ਗੱਲ ਸੁਣੀ, ਕੜਮ ਚਰਨਾਂ ਤੇ ਡਿੱਕੇ ਕਹਿਣ ਲੱਗੇ, ਮਹਾਂਪੁਰਖੋ ਹੋਰ ਜਨਮ ਨਾ ਦਿਵਾਓ, ਇਸੇ ਜਨਮ ਵਿੱਚ ਹੀ ਸੇਵਾ ਲੈ ਲਓ। ਕਹਿਣ ਲੱਗੇ ਫਿਰ ਤਿਆਰ ਪਰ ਤਿਆਰ ਹੋ ਕੇ ਆਓ, ਦੁਬਾਰਾ ਅੰਮ੍ਰਿਤ ਦੀ ਦਾਤ ਲੈ ਲਈ। ਉਹੀ ਰੰਗ, ਉਹੀ ਸਾਰਾ ਕੁਝ, ਉਹ ਕਲਾ ਵਰਤੀ। ਹੁਕਮ ਵਿੱਚ ਇਹਦਾ ਮਤਲਬ ਇਹ ਹੋਇਆ, ਕੁਛ ਵੀ ਆਪਣੀ ਮਰਜ਼ੀ ਨਾਲ ਨਹੀਂ ਹੋ ਰਿਹਾ। ਦਰਗਾਹ 'ਚੋਂ ਸੇਵਾ ਲੱਗੀ ਹੁੰਦੀ ਹੈ ਵੀ ਕਿਸ ਸਰੀਰ ਦੇ ਰਾਹੀਂ ਕਿੰਨੇ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਲੈਣੀ ਪ੍ਰੇਰਨਾ ਕਰਕੇ। ਕਿਹਦੇ ਬੋਲ ਸੁਣ ਕੇ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਣਾ, ਕਿਹਦੇ ਬੋਲ ਸੁਣ ਕੇ ਇਸ ਨੇ ਸਦਾ ਲਈ ਨਾਮ ਦੀ ਮਸਤੀ ਵਿੱਚ ਗਡੂੰਦ ਖੋ ਜਾਣਾ। ਉਹਦਾ ਹੁਕਮ ਚੱਲਦਾ ਜੇ, ਉਹ ਆਪੇ ਵਿਧੀਆਂ ਬਣਾਉਂਦਾ। ਵੇਖਦੇ ਹੋ ਨਾ ਕਈ ਵਾਰਾਂ, ਜਿਹਦਾ ਤੇ ਉਹਦੇ ਰਾਹੀਂ ਭਲਾ ਹੋਣਾ ਹੋਵੇ, ਉਹਦੀ ਉਸ ਵਿਅਕਤੀ ਤੇ ਮਹਾਂਪੁਰਖ ਤੇ ਉਸ ਗੁਰਮੁਖ ਤੇ ਸ਼ਰਧਾ ਬਣ ਜਾਂਦੀ। ਦੂਸਰੇ ਨੂੰ ਕੁਛ ਵੀ ਨਹੀਂ ਉੱਥੋਂ ਨਜ਼ਰ ਆਉਂਦਾ, ਉਹ ਕਹਿੰਦਾ ਮੈਨੂੰ ਤਾਂ ਕੁਛ ਨਹੀਂ ਨਜ਼ਰ ਆਇਆ। ਉਹ ਰੱਬ ਆਪ ਹੀ ਵਰਤ ਰਿਹਾ ਹੁੰਦਾ ਹੈ। ਕੁਝ ਇਸੇ ਤਰ੍ਹਾਂ ਹੀ ਇੱਥੇ ਵੀ ਖੋਇਆ ਸੀ। ਤਾਂ ਉਸ ਤੋਂ ਬਾਅਦ ਮੈਂ ਇੱਕ ਬੇਨਤੀ ਕਰਾਂ, ਜਿਵੇਂ ਬਾਬਾ ਜੀ ਨਾਲ ਖੋਇਆ ਨਾ, ਬਾਬਾ ਜਵਾਲਾ ਸਿੰਘ ਸਾਹਿਬ ਜੀ ਨਾਲ, ਇਹ ਕਰਨ ਬਾਬਾ ਵੀਰ ਸਿੰਘ ਨੌਰੰਗਾਬਾਦ ਵਾਲਿਆਂ ਦੇ ਸੇਵਕ ਬਾਬਾ ਖੁਦਾ ਸਿੰਘ ਜੀ, ਨਾਂ ਤੇ ਸੀ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ। ਪਰ ਘਟਨਾ ਵਾਪਰੀ ਇੱਧਰ ਇਸਲਾਮੀ ਦੁਨੀਆ ਵਿੱਚ, ਉਹਨਾਂ ਨੇ ਖੁਦਾ ਕਹਿਤਾ ਤੇ ਨਾ ਹੀ ਬਾਬਾ ਖੁਦਾ ਸਿੰਘ ਪੈ ਗਿਆ। ਉਹ ਵੀ ਜਦੋਂ ਮਸਤੀ ਵਿੱਚ ਗਏ ਸਨ ਤੇ ਅਲਫ ਨਗਨ ਹੋ ਗਏ ਸਨ, ਬਸਤਰ ਉਤਰ ਗਏ। ਸੰਗਤਾਂ ਨੂੰ ਪਤਾ ਲੱਗਾ, ਬਾਬਾ ਵੀਰ ਸਿੰਘ ਨੌਰੰਗਾਬਾਦ ਵਾਲਿਆਂ ਨੇ ਵੀ ਸਿਣਿਆਂ ਕੱਲਿਆ ਸੀ, ਭਈ ਆਓ। ਬਸ ਸਿਣਿਆਂ ਆਉਣ ਦੀ ਦੇਰ ਸੀ, ਉਦੋਂ ਹੀ ਅੰਦਰੋਂ ਹੁਕਮ ਸਮਝ ਗਏ ਸੀ, ਬੁਲਾਇਆ। ਕਿਹਾ ਨਹੀਂ, ਮਰਿਆਦਾ ਵਿੱਚ ਰਹਿ ਕੇ ਅਜੇ ਬਹੁਤ ਲੁਕਾਈ ਦਾ ਤੁਹਾਡੇ ਤੋਂ ਭਲਾ ਕਰਵਾਉਣਾ, ਆਓ ਦੁਆਰਾ ਅੰਮ੍ਰਿਤ ਦੀ ਦਾਤ ਲੈ। ਫਿਰ ਉਹ ਜਗਤ ਦਾ ਭਲਾ ਕੀਤਾ ਸੀ। ਇਸੇ ਤਰ੍ਹਾਂ ਹੀ ਜਦੋਂ ਨਾ ਬਾਬਾ ਜਵਾਲਾ ਸਿੰਘ ਸਾਹਿਬ ਜੀ ਫੌਜ ਵਿੱਚ ਹੁਣ ਫਿਰ ਭੇਜਿਆ, ਉੱਥੇ ਡਿਊਟੀ ਕਰਦੇ ਨੇ। ਹੁਣ ਬਿਲਕੁਲ ਨਹੀਂ ਚਾਹੁੰਦਾ ਅੰਦਰ, ਪਰ ਪਲਟਨ ਵਿੱਚ ਪੂਰਾ ਸਤਿਕਾਰ ਬਣ ਗਿਆ ਸੀ ਇਹਨਾਂ ਦੀ ਘਾਲਣਾ ਨੂੰ ਵੇਖ ਕੇ। ਬਾਬਾ ਜੀ ਉਹਨਾਂ ਨੇ ਕਿਹਾ ਸੀ, ਜਦੋਂ ਮਿਲੇ ਸੀ ਨਾ ਬਾਬਾ ਆਇਆ ਸਿੰਘ ਸਾਹਿਬ ਜੀ, ਉਹਨਾਂ ਨੇ ਬਾਬਾ ਜੀ ਉਹਨਾਂ ਨੂੰ ਕਿਹਾ ਸੀ, ਜੀ ਤੁਸੀਂ ਰਾਤ ਨੂੰ ਸੌਣਾ ਨਹੀਂ ਖਾਣਾ, ਇਕਾਂਤ ਵਿੱਚ ਬੈਠ ਕੇ ਭਜਨ ਕਰਨਾ। ਜੀ ਇਹ ਇਲਾਕਾ ਸਾਰਾ ਰਾਵਲਪਿੰਡੀ ਦਾ, ਇੱਧਰ ਪਠਾਨ ਲੋਕ ਹਮਲਾ ਕਰਦੇ। ਬਾਬਾ ਜੀ ਨੇ ਕਿਹਾ ਸੀ, ਤੜਕ ਹੋ ਕੇ ਜਿੱਥੇ ਮਰਜ਼ੀ ਬੈਠਣਾ, ਤੁਹਾਡਾ ਵਾਲ ਨਹੀਂ ਵਿੰਗਾ ਹੋਏਗਾ। ਪਰ ਉਹਨੂੰ ਸਰਕਾਰ ਦੀ ਡਿਊਟੀ ਸੂਬੇਦਾਰ ਨੂੰ ਕਿਹਾ ਸੀ, ਸੀਓ ਨੂੰ ਕਹਿ ਕੇ ਇਹਨਾਂ ਦੀ ਜਿਹੜੀ ਆਮ ਜਿਹੜੀ ਉਹਨਾਂ ਕੋਲ ਰੋਜ਼ ਦੀ ਘਾਲਣਾ ਕਲਵਾਉਂਦੇ ਹਨ ਪ੍ਰੈਕਟਿਸ ਲਈ, ਉਹ ਮਾਫੀ ਦਵਾ ਦੇਣਾ ਤਾਂ ਕਿ ਬੰਦਗੀ ਕਰ ਸਕਣ। ਉਹ ਵੀ ਹੋ ਗਿਆ ਸੀ। ਰਾਤਾਂ ਨੂੰ ਬਹਿਣਾ, ਸ਼ਾਮ ਨੂੰ ਨਾ ਗੁਰਦੁਆਰਾ ਸਾਹਿਬ ਵਿੱਚ ਦੀਵਾਨ ਲਾਣਾ। ਜਦੋਂ ਸਾਰਿਆਂ ਨੇ ਚਲੇ ਸਿੱਧੀਆਂ ਧਾਰਨਾ ਪੜ੍ਹ ਕੇ ਸੰਗਤ ਨੂੰ ਜੋੜਦੇ ਸਨ,
ਤੇ ਜਦੋਂ ਹੋਇਆ ਕਿ ਰਾਤਾਂ ਨੂੰ ਬੰਦਗੀ 'ਚ ਬਹਿ ਜਾਣਾ, ਜਦੋਂ ਉਹਨਾਂ ਨੇ ਚੱਲ ਜਾਣਾ, ਇੱਕ ਅੰਗਰੇਜ਼ ਅਫਸਰ ਸੀ, ਉਹ ਕਹਿਣ ਲੱਗਾ ਮੈਂ ਨਹੀਂ ਮੰਨਦਾ ਵੀ ਇਹ ਲੋਕ ਇਹਨਾਂ ਕੋਲ ਕੁਝ ਸ਼ਕਤੀਆਂ ਨੇ। ਤਾਂ ਉਹ ਕਹਿਣ ਲੱਗੇ ਮੈਂ ਉਹਨਾਂ ਦੀ ਕਰਾਮਾਤ ਦੇਖਣੀ ਚਾਹੁੰਦਾ। ਗੱਲ ਫੈਲ ਗਈ, ਕਿਉਂਕਿ ਮਹਾਂਪੁਰਖਾਂ ਨੂੰ ਲੋੜ ਨਹੀਂ ਹੁੰਦੀ ਪਈ ਦਿਖਾਉਣ ਪਈ ਸਾਡੇ ਕੋਲ ਤਾਕਤ ਹੈ। ਉਹ ਤਾਂ ਕਹਿੰਦੇ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਉਹ ਕਹਿੰਦੇ ਅਸ ਵਡਿਆਈਆਂ ਗੁਰੂ ਨਾਨਕ ਸਾਹਿਬ ਦੀਆਂ ਅਸੀਂ ਕੌਣ ਹੁੰਦੇ ਹਾਂ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ, ਜੋ ਕਿਛ ਕੀਆ ਸੋ ਹਰ ਕੀਆ ਕਹਿਤ ਕਬੀਰ। ਕਬੀਰ ਪਰ ਕਈ ਵਾਰ ਇਹੋ ਜਿਹਾ ਸਬੱਬ ਬਣਦਾ, ਉਹ ਸਾਰੇ ਫੌਜੀ ਕਹਿਣ ਲੱਗੇ ਬਾਬਾ ਜਵਾਲਾ ਸਿੰਘ ਜੀ ਨੂੰ ਭਈ ਤੁਸੀਂ ਨਾ ਸ਼ਕਤੀ ਦਿਖਾਇਓ ਜ਼ਰੂਰ। ਉਹ ਦੇਖਣਾ ਚਾਹੁੰਦਾ, ਉਹਨੇ ਬੁਲਾਇਆ। ਬਾਬਾ ਜੀ ਨੇ ਬਹੁਤ ਸਮਝਾਇਆ ਸਾਡੇ ਕੋਲ ਕੀ ਹੈ, ਕਿਹੜੇ ਪਾਸੇ ਤੁਰ ਪਏ ਹੋ। ਕਹਿੰਦੇ ਅਸੀਂ ਸਮਝਦੇ ਹਾਂ ਪਰ ਇੱਕ ਵਾਰ ਜ਼ਰੂਰ। ਕਹਿਣ ਲੱਗੇ ਜੇ ਸੰਗਤ ਦਾ ਹੁਕਮ ਹੈ ਅਤੇ ਸਤਿਗੁਰੂ ਨੂੰ ਜਿਵੇਂ ਭਾਏਗਾ ਉਵੇਂ ਖੋਏਗਾ। ਅੰਗਰੇਜ਼ ਅਫਸਰ ਨੇ ਨਾ ਇੱਕ ਕਾਗਜ਼ 'ਤੇ ਕੁਝ ਅੱਖਰ ਲਿਖੇ ਸਨ। ਉਹਦਾ ਮਤਲਬ ਤੇ ਸੀ ਵੀ ਤੁਸੀਂ ਰੱਬ ਦੇ ਬਹੁਤ ਪਵਿੱਤਰ ਬੰਦੇ ਹੋ। ਉਹਨੇ ਸੋਚਿਆ ਵੀ ਜੋ ਮੈਂ ਲਿਖਿਆ ਹੱਥ 'ਚ ਫੜਿਆ ਜੋ ਦੱਸ ਦੇਣਗੇ ਤਾਂ ਮੈਂ ਸਮਝ ਲਾਂਗਾ। ਬਾਬਾ ਜੀ ਹੋਰੀ ਗਏ, ਹੱਸ ਕੇ ਕਹਿਣ ਲੱਗੇ ਅਫਸਰ ਨੂੰ ਆਹ ਕੁਝ ਲਿਖਿਆ ਤੁਸੀਂ, ਨਾਲੇ ਹੋਰ ਗੱਲਾਂ ਪਾ ਦਿੱਤੀਆਂ। ਜਦੋਂ ਉਹਨੇ ਪੜ੍ਹਿਆ ਬਿਲਕੁਲ ਉਹੀ ਲਿਖਿਆ ਸੀ। ਬੜਾ ਹੈਰਾਨ ਵੀ ਇਹ ਕਿਵੇਂ ਖੋ ਗਿਆ। ਇਸ ਤਰ੍ਹਾਂ ਦੀਆਂ ਕੁਛ ਇੱਕ ਦੋ ਹੋਰ ਉਹਨੇ ਇਹੋ ਜਿਹੇ ਕੋਈ ਈਸਾਈ ਮਤ ਨਾਲ ਸੰਬੰਧਿਤ ਸੀ ਵੀ ਕੀ ਬਾਈਬਲ ਵਿੱਚ ਲਿਖਿਆ ਹੈ। ਬਾਬਾ ਜੀ ਨੇ ਅੱਖਰ ਟੂ ਅੱਖਰ ਉਹ ਉਸੇ ਤਰ੍ਹਾਂ ਸੁਣਿਆ। ਉਹਨੇ ਪੜ੍ਹਿਆ ਤਾਂ ਸਾਰਾ ਕੁਝ ਸੀ। ਹੋਰ ਸ਼ਰਧਾ ਬਣ ਗਈ ਸੰਗਤ ਵਿੱਚ। ਹੁਣ ਬਾਬਾ ਜੀ ਚਾਹੁੰਦੇ ਨੇ ਵੀ ਇੱਥੋਂ ਨਾਂ ਕਟਾ ਲਿਆ ਜਾਵੇ, ਰੱਬ ਦੀ ਨੌਕਰੀ ਕਰੀਏ। ਜਦੋਂ ਨਾਂ ਕੱਟਣ ਦੀ ਗੱਲ ਆਈ, ਸਾਰੇ ਫੌਜੀਆਂ ਨੇ, ਸੂਬੇਦਾਰ ਨੇ ਜਾ ਬਾਬਾ ਆਇਆ ਸਿੰਘ ਜੀ ਨੂੰ ਬੇਨਤੀ ਕੀਤੀ। ਕਹਿੰਦੇ ਪਏ ਨੇ ਸਾਡੀ ਤੇ ਮੰਨਣੀ ਨਹੀਂ, ਉਹਨਾਂ ਦਾ ਬਚਨ ਮੰਨਣਗੇ। ਉਹਨਾਂ ਨੇ ਕਿਹਾ ਜੀ ਇਹਨਾਂ ਕਰਕੇ ਹੀ ਤਾਂ ਸਾਡੇ ਜੀ ਲੱਗਾ ਅਤੇ ਸਾਡੇ ਵਿੱਚ ਹੁਲਾਰਾ ਏ। ਉੱਧਰੋਂ ਪਹਿਲੀ ਜਿਹੜੀ ਜੰਗ ਛਿੜ ਰਹੀ ਸੀ, ਪੂਰੇ ਵਿਸ਼ਵ ਦੀ ਪਹਿਲੀ ਵੱਡੀ ਜੰਗ, ਉਹਦੀਆਂ ਤਿਆਰੀਆਂ ਸਨ। 1914 ਨੂੰ ਜਾਣਾ ਸੀ ਫਰਾਂਸ ਸਾਈਡ ਫੌਜਾਂ ਇੱਧਰੋਂ ਹਿੰਦੁਸਤਾਨ ਵੱਲੋਂ। ਉੱਧਰੋਂ ਇਹ ਗੱਲ ਹੋ ਗਈ। ਬਾਬਾ ਆਇਆ ਸਿੰਘ ਜੀ ਕੋਲ ਬੇਨਤੀ ਗਈ। ਉਹਨਾਂ ਨੇ ਜੀ ਇਹਨਾਂ ਨੂੰ ਅਜੇ ਕੁਝ ਸਮਾਂ ਨੌਕਰੀ 'ਤੇ ਰਹਿਣ ਦੇਣਾ, ਨਾ ਕਟਵਾਉਣ, ਅਸੀਂ ਇਹਨਾਂ ਬਗੈਰ ਰਹਿ ਨਹੀਂ ਸਕਦੇ। ਬਾਬਾ ਜੀ ਹੋਰਾਂ ਨੇ ਫੇਰ ਜਦੋਂ ਸਾਰਿਆਂ ਦੀ ਭਾਵਨਾ ਵੇਖੀ, ਫਿਰ ਕਹਿਣ ਲੱਗੇ, ਹੁਕਮ ਕੀਤਾ ਬਾਬਾ ਜਵਾਲਾ ਸਿੰਘ ਜੀ ਹੋਰਾਂ ਨੂੰ। ਕਹਿੰਦੇ ਜੀ ਅਜੇ ਤੁਹਾਡਾ ਕੁਝ ਸਮਾਂ ਲਿਖਿਆ ਹੋਰ ਨੌਕਰੀ ਕਰਨ ਦਾ, ਅਜੇ ਨਹੀਂ ਨਾ ਘਟਾਉਣਾ। ਬਾਹਰ ਜਿੱਥੇ ਜਾ ਰਹੇ ਹੋ ਉੱਧਰ ਬਹੁਤ ਸਾਰੇ ਤੁਹਾਨੂੰ ਪੁਰਾਣੇ ਮਿੱਤਰ, ਪਹਿਲੇ ਜਨਮਾਂ 'ਚ ਇਹਨਾਂ ਨੇ ਭਗਤੀ ਕੀਤੀ, ਬੰਦਗੀ, ਮਹਾਂਪੁਰਖਾਂ ਦਾ ਮੇਲ ਬਾਹਰ ਖੋਏਗਾ ਅਤੇ ਉੱਥੇ ਜਾਂਦਿਆਂ ਬਹੁਤ ਸਾਰੀਆਂ ਰੂਹਾਂ ਦਾ ਤੁਹਾਡੇ ਰਾਹੀਂ ਭਲਾ ਹੋਣਾ ਹੈ। ਫਿਰ ਕਿਸੇ ਹੁਕਮ ਨੂੰ ਤਾਂ ਕੋਈ ਟਾਲ ਨਹੀਂ ਸਕਦਾ। ਜਿਹਨੂੰ ਅੰਦਰੋਂ ਆਪਾ ਦਿੱਤਾ ਉਹਦਾ ਹੁਕਮ ਕੀ ਟਾਲਣਾ ਸੀ। ਬਾਬਾ ਆਇਆ ਸਿੰਘ ਸਾਹਿਬ ਦਾ ਹੁਕਮ ਹੋਇਆ ਜਦੋਂ ਵੀ ਤੁਸੀਂ ਜਾਓ। ਸਾਰੇ ਫੌਜੀ ਜਵਾਨ ਪੂਰੇ ਖੁਸ਼ੀ ਨਾਲ ਫੁੱਲੇ ਨਹੀਂ ਸਮਾਰ, ਛੋਟੇ ਵੱਡੇ। ਅਤੇ ਜਦੋਂ ਇਹ ਗਏ ਜੰਗ, ਜਦੋਂ ਜਾ ਰਹੇ ਨੇ ਬਾਹਰ ਨੂੰ, ਅਤੇ ਇਹ ਫੌਜਾਂ ਜਿਵੇਂ ਬੇੜੇ ਵਿੱਚ ਸਿੱਖ ਪਲਟਨਾਂ ਸਣੇ ਗਈਆਂ, ਬਹਾਦਰ ਕੌਮ ਹੈ, ਪਰ ਉੱਥੇ ਜਾ ਕੇ ਵੀ ਬੜੇ ਹੀ ਕੌਤਕ ਵਰਤੇ ਨੇ। ਫਰਾਂਸ ਵਾਲੀ ਸਾਈਡ ਉੱਧਰ ਹੀ ਜਾ ਕੇ ਸਤਿਕਾਰਯੋਗ ਬਾਬਾ ਭਗਤ ਸਿੰਘ ਸਾਹਿਬ ਜੀ ਨਾਲ ਮੇਲ ਖੋਇਆ। ਉੱਧਰ ਹੀ ਬਾਬਾ ਮੇਹਰ ਸਿੰਘ ਜੀ ਨਿੱਜਰ ਪਿੰਡ ਤੋਂ ਸਨ, ਬੜੇ ਕਮਾਈ ਵਾਲੇ, ਉਹਨਾਂ ਦਾ ਵੀ ਉੱਥੇ ਹੀ ਜਾ ਕੇ ਮੇਲ ਹੋਇਆ। ਇਹ ਸਾਰੇ ਫੌਜ ਵਿੱਚ ਸਨ ਵੱਖ ਜਗ੍ਹਾ 'ਤੇ। ਉੱਥੇ ਇੱਕ ਬਹੁਤ ਵੱਡੀ ਹਸਤੀ ਸਤਿਕਾਰਯੋਗ ਸੰਤ ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਵਾਲੇ, ਉਹਨਾਂ ਦਾ ਵੀ ਬਾਹਰ ਮੇਲ ਹੋਇਆ। ਜਦੋਂ ਕਿਧਰੇ ਇੱਧਰ ਮੁਸਲਮਾਨ ਇਲਾਕੇ ਵੱਲ ਸਨ, ਉੱਥੇ ਬਾਬਾ ਮੱਘਰ ਸਿੰਘ ਜੀ ਨੂੰ ਬਹੁਤ ਖਿੱਚ ਪੈ ਰਹੀ ਵੀ ਕਈ ਦਿਨ ਹੋ ਗਏ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਹੋਏ। ਉੱਧਰ ਨਦੀ ਦੇ ਦੂਜੇ ਪਾਸੇ ਪਲਟਨ ਸੀ 34 ਨੰਬਰ, ਜਿਹਦੇ 'ਚ
ਬਾਬਾ ਜਵਾਲਾ ਸਿੰਘ ਸਾਹਿਬ ਜੀ ਸਨ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਿਸ਼ਾਨ ਝੁਲਦਾ ਦੂਰੋਂ ਵੇਖਿਆ ਤੇ ਖੁਸ਼ੀ ਦੀ ਲਹਿਰ ਦੌੜ ਗਈ। ਇੱਧਰ ਫੌਜ ਸੀ। ਰਾਤ ਦੀ ਬਾਬਾ ਮੱਘਰ ਸਿੰਘ ਜੀ ਖੁਰਾ ਨੇ ਆਪਣੇ ਸੇਵਾਦਾਰ ਭਾਈ ਨਿਰੰਜਨ ਸਿੰਘ ਜੀ ਨੂੰ ਕਹਿੰਦੇ ਆਪਾਂ ਨਾ ਕੱਲ੍ਹ ਨੂੰ ਪਾਰ ਜਾਣਾ ਹੈ। ਉਧਰ ਬਾਬਾ ਜਵਾਲਾ ਸਿੰਘ ਸਾਹਿਬ ਜੀ ਦੀ ਮਹਿਮਾ ਸੁਣੀਏ, ਨਾਲੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਤੇ ਨਾਲੇ ਬਾਬਾ ਜੀ ਖੁਰਾਂ ਦੇ 7 ਬਚਨ। ਜਦੋਂ ਰਾਤ ਡਿਊਟੀ 'ਤੇ ਹੁਣ ਸਨ, ਜਿਹੜਾ ਹੁਕਮ ਸੀ ਵੀ ਕੱਲ੍ਹ ਨੂੰ ਫੌਜਾਂ ਨੇ ਅੱਗੇ ਤੁਰਨਾ, ਰਾਤ ਆਰਾਮ ਕਰਨਾ ਸੀ। ਜਦੋਂ ਦੋਵੇਂ ਤੁਰ ਪਏ, ਅੱਗੋਂ ਨਦੀ ਬੜੀ ਚੜ੍ਹੀ ਹੋਈ ਸੀ। ਸੰਤ ਬਾਬਾ ਮੱਘਰ ਸਿੰਘ ਸਾਹਿਬ ਜੀ ਭਾਈ ਨਿਰੰਜਨ ਸਿੰਘ ਨੂੰ ਕਹਿਣ ਲੱਗੇ, ਤੁਸੀਂ ਵਾਪਸ ਜਾਓ, ਫਿਕਰ ਨਹੀਂ ਕਰਨਾ, ਅਸੀਂ ਸਵੇਰੇ ਪਹਿਲਾਂ ਪਹੁੰਚ ਜਾਵਾਂਗੇ। ਇਕੱਲੇ ਹੀ ਨਦੀ ਵਿੱਚ ਰਿੜ ਗਏ। ਬੜਾ ਡਰੇ, ਪਾਣੀ ਬਹੁਤ ਚੜ੍ਹਿਆ ਹੋਇਆ, ਕੀ ਬਣੇਗਾ। ਬਹੁਤ ਅਰਦਾਸਾਂ ਕੀਤੀਆਂ। ਬਾਬਾ ਜੀ ਨਦੀ ਪਾਰ ਕਰਕੇ ਰਾਤਾਂ ਨੂੰ, ਇੱਕ ਰਾਤ ਹੋਵੇ, ਇੱਕ ਪਾਣੀ ਚੜ੍ਹਿਆ ਹੋ, ਇਹ ਬਹੁਤ ਔਖਾ ਹੈ, ਪਰ ਸਤਿਗੁਰੂ ਜੀ ਆਪ ਹੀ ਵਰਤਦੇ। ਉਧਰ ਬਾਬਾ ਜਵਾਲਾ ਸਿੰਘ ਸਾਹਿਬ ਜੀ ਉਡੀਕ ਰਹੇ ਸਨ ਬਾਹਰ, ਮਿਲੇ ਜਿਵੇਂ 2 ਸੁਹਾਗਣਾਂ ਮਿਲਦੀਆਂ ਨੇ। ਅੰਮ੍ਰਿਤ ਵੇਲੇ ਦੀਵਾਨ ਲੱਗੇ, ਭੋਗ ਪਿਆ, ਫਿਰ ਬਾਬਾ ਜੀ ਤੋਰਨ ਗਏ। ਇਹ ਸਾਰੇ ਬਾਹਰ ਮੇਲ ਖੋਏ ਸਨ ਫੌਜ ਵਿੱਚ, ਪਰ ਉੱਥੇ ਬਹੁਤ ਸਾਰੇ ਕੌਤਕ ਵੀ ਵਰਤ ਰਹੇ ਸਨ। ਨਿਰੰਕਾਰ ਦੀ ਖੇਡ ਹੈ। ਇੱਕ ਪਾਸੇ ਇਸੇ ਅੰਗਰੇਜ਼ ਨੇ ਸਿੱਖ ਰਾਜ ਨੂੰ ਤਬਾਹ ਕੀਤਾ ਸੀ। ਇਸੇ ਅੰਗਰੇਜ਼ ਰਾਜ ਨੇ ਐਡਾ ਵੱਡਾ ਰਾਜ ਖਤਮ ਕਰਕੇ ਇਹਨਾਂ ਨੇ ਉਹੀ ਜਿਹੜੇ ਸਿੱਖ ਨੇ ਫੌਜੀ, ਜਿਨ੍ਹਾਂ ਦੀ ਬਹਾਦਰੀ ਦਾ ਲੋਹਾ ਦੁਨੀਆ ਮੰਨਦੀ ਸੀ, ਹੁਣ ਇਹਨਾਂ ਦੀ ਨੌਕਰੀ ਪੈ ਕਰਦੇ ਨੇ। ਪਰ ਅਗਲੀ ਗੱਲ ਬੜੀ ਕਮਾਲ ਦੀ, ਨੌਕਰੀ ਕਰਨ ਵਾਲਿਆਂ 'ਚ ਪੂਰਨ ਮਹਾਂਪੁਰਖ ਨੇ ਵੱਖ-ਵੱਖ ਜਗ੍ਹਾ 'ਤੇ। ਫੌਜ ਵਿੱਚ ਹੀ ਸਨ ਬਾਬਾ ਆਇਆ ਸਿੰਘ, ਫੌਜ ਵਿੱਚ ਹੀ ਬਾਬਾ ਕਰਮ ਸਿੰਘ ਸਾਹਿਬ, ਬਾਬਾ ਜਵਾਲਾ ਸਿੰਘ, ਸੰਤ ਬਾਬਾ ਮੱਘਰ ਸਿੰਘ ਸਾਹਿਬ, ਇਹ ਫੌਜਾਂ ਵਿੱਚ ਨੇ। ਕਮਾਲ ਦੀ ਖੇਡ ਹੈ। ਜੋ ਬਚਨ ਕਰਦੇ ਨੂੰ ਪੂਰਾ ਹੋ ਜਾਣਾ, ਪਰ ਰਹਿ ਰਹੇ ਨੇ ਆਮ ਵਿਅਕਤੀ ਵਾਂਗ। ਬੰਦਗੀ ਦਾ ਪ੍ਰਭਾਵ ਚਾਰ 'ਚ ਫਿਰ ਜਾਂਦਾ, ਪਰ ਉਹ ਕੋਈ ਕਰਾਮਾਤ ਨਾਲ ਨਹੀਂ ਕੁਛ ਕਰਦੇ। ਪਰ ਖਾਂ ਸਤਿਗੁਰੂ ਜੀ ਦੀਆਂ ਬਖਸ਼ਾਂ ਦਾ ਜ਼ਿਕਰ ਉਹਨਾਂ ਦੇ ਜੀਵਨ ਰਾਹੀਂ ਸੁਤੇ ਸਿੱਧਕ ਹੋ ਜਾਂਦਾ ਹੈ। ਇੱਕ ਵਾਰੀ ਜਦੋਂ ਫੌਜ ਦਾ ਕਾਨੂੰਨ ਸੀ, ਹਰ ਫੌਜੀ ਨੂੰ ਮਾਸ ਸ਼ਰਾਬ ਦੀ ਵਰਤੋਂ ਕਰਨੀ ਪੈਂਦੀ। ਠੰਡੇ ਮੁਲਕ ਨੇ, ਬਰਫਾਂ ਪੈਂਦੀਆਂ ਨੇ, ਗਰਮ ਚੀਜ਼ਾਂ ਜ਼ਰੂਰੀ। ਇਹਨਾਂ ਸਿੱਖ ਪਲਟਨ ਨੇ ਕਿਹਾ ਸੀ ਬਿਲਕੁਲ ਨਹੀਂ ਮਾਸ ਸ਼ਰਾਬ ਵਰਤਣਾ। ਕਹਿਣ ਲੱਗੇ ਇਹਦੇ ਬਗੈਰ ਤੇ ਤਾਕਤ ਹੀ ਨਹੀਂ ਅੰਦਰ ਆਉਂਦੀ। ਬਾਬਾ ਜੀ ਕਹਿਣ ਲੱਗੇ ਤਾਕਤ ਨਾਮ ਵਿੱਚ, ਨਾ ਕਿ ਇਹਨਾਂ ਨਖਿੱਧ ਚੀਜ਼ਾਂ ਵਿੱਚ ਤਾਕਤਾਂ ਛਿਪੀਆਂ ਨੇ। ਇਹਦੀ ਤਾਕਤ ਤਾਂ 2-4 ਘੰਟੇ ਰਹਿ ਕੇ ਮੁੱਕ ਜਾਂਦੀ। ਜਿਹੜਾ ਪਰਮੇਸ਼ਰ ਦਾ ਨਾਮ ਹੈ, ਉਹਦੀ ਤਾਕਤ ਤਾਂ ਯੁੱਗਾਂ ਤੱਕ ਨਾਲ ਚੱਲਦੀ ਹੈ। ਕਿਹੜੀ ਤਾਕਤ ਦੀ ਗੱਲਾਂ ਕਰਦੇ ਹੋ। ਪਰ ਫੌਜ ਦਾ ਕਾਨੂੰਨ ਹੁੰਦਾ ਨਾ ਨਹੀਂ ਕਰਨੀ। ਨਾ ਹੋਈ ਗੱਲ, ਵੱਧ ਹੀ ਗਈ, ਵੱਡੇ ਅਫਸਰਾਂ ਤੱਕ ਗਈ। ਜਦੋਂ ਗਈ ਤਾਂ ਕਹਿਣ ਲੱਗੇ ਇੰਝ ਕਰੋ, ਮੋਰਚੇ ਲੱਗੇ ਹੋਏ ਨੇ, ਇੱਕ ਪਾਸੇ ਮਾਸ ਖਾਣ ਵਾਲੇ ਨੂੰ ਤੁਸੀਂ ਲਾਓ, ਦੂਜੇ ਪਾਸੇ ਸਾਡੇ ਵਰਗਿਆਂ ਨੂੰ ਲਾਓ ਜਿਹੜੇ ਮਾਸ ਸ਼ਰਾਬ ਨਹੀਂ ਵਰਤਦੇ। ਜੇ ਸਾਡੇ ਪਾਸੇ ਮੋਰਚੇ ਦੀ ਖਾਰ ਹੋਈ ਤੇ ਤੁਸੀਂ ਤੁਹਾਡਾ ਹੁਕਮ ਮੰਨ ਲਾਂਗੇ, ਜੀ ਜਿੱਤ ਗਏ ਤੇ ਸਾਡਾ ਤੁਸੀਂ ਮੰਨ ਲਿਓ। ਠੀਕ ਹੈ, ਜੰਗ ਤੇ ਲੱਗੀ ਹੋਈ ਸੀ, ਰੱਬ ਦੀ ਕਲਾ ਵਰਤੀ ਸੀ। ਮਾਸ ਖਾਣ ਵਾਲੇ ਤੇ ਖਾ ਰਹੇ ਸਨ, ਪਰ ਬਾਬਾ ਜੀ ਤੇ ਇੱਧਰ ਫੌਜਾਂ ਸਾਰੀਆਂ ਜਿਹੜਾ ਨਾਮ ਦਾ, ਬਾਣੀ ਦਾ, ਸਿਦਕ ਦਾ ਭੋਜਨ ਛਕਦੇ ਸੀ। ਜਿੱਤ ਹੋਈ, ਉਦੋਂ ਬਾਅਦ ਹੁਕਮ ਹੋ ਗਿਆ ਸੀ ਮਾਸ ਸ਼ਰਾਬ ਹਰ ਫੌਜੀ ਲਈ ਜ਼ਰੂਰੀ ਨਹੀਂ, ਅਸੀਂ ਉਹਨੇ ਖਰਚੇ ਦਾ ਪੈਸਾ ਦੇ ਦਿਆਂਗੇ, ਪਰ ਉਹਨਾਂ ਨੂੰ ਮਜਬੂਰ ਨਹੀਂ। ਤਾਕਤ ਵੇਖ ਲਈ। ਹੋਰ ਵੀ ਜਦੋਂ ਜੰਗ ਜਿੱਤ ਕੇ ਆ ਰਹੇ ਸੀ ਨਾ ਵਾਪਸ, ਪਰ ਜੰਗ ਦੇ ਦਰਮਿਆਨ ਇੱਕ ਹੋਰ ਵੀ ਬੜੀ ਪਿਆਰੀ ਘਟਨਾ ਵਾਪਰੀ। ਜਦੋਂ ਫੌਜ ਨੇ ਰਹਿਣਾ ਹੁੰਦਾ ਸੀ ਕਾਫੀ ਦਿਨ ਇੱਕ ਜਗ੍ਹਾ 'ਤੇ, ਅਖੰਡ ਪਾਠ ਸਾਹਿਬ ਰੱਖ ਲੈ। ਹੁਣ ਰਾਤ ਪਈ ਤੇ ਜੋਤ ਜਗਾਣੀ ਸੀ ਚਾਨਣ ਲਈ। ਅਫਸਰ ਕਹਿਣ ਲੱਗੇ ਦੁਸ਼ਮਣ ਜੋਤ ਵੇਖ ਕੇ, ਚਾਨਣ ਵੇਖ ਕੇ ਹਮਲਾ ਕਰ ਸਕਦਾ, ਬੁਝਾਓ। ਉਹ ਕਹਿਣ ਲੱਗੇ ਜੋਤ ਨਹੀਂ ਬੁਝਣੀ, ਮਹਾਰਾਜ ਦੀ ਬਾਣੀ ਦਾ ਪਾਠ ਹੋਣਾ। ਵੱਡਿਆਂ ਤੱਕ ਗੱਲ ਗਈ, ਅਫਸਰਾਂ ਤੱਕ। ਉਹ ਆ ਗਏ। ਉਹ ਬਾਬਾ ਜੀ ਕਹਿੰਦੇ ਇੱਕੋ ਗੱਲ ਏ, ਜੇ ਤੇ ਜੰਗ ਤੁਸਾਂ ਨੇ ਆਪਣੀ ਜਿੱਤਣੀ ਹੈ ਤੇ ਜੋਤ ਜਗਦੀ ਰਹਿਣ ਦਿਓ, ਤੇ ਜੇ ਜੰਗ ਖਾਰਨਾ ਚਾਹੁੰਦੇ ਹੋ ਤੇ ਜੋਤ ਬੁਝਾ ਦਿਓ। ਫਿਰ ਕੀ ਕਹਿ ਸਕਦੇ ਸੀ, ਜੰਗ ਨਹੀਂ ਜਿੱਤਣੀ। ਕਹਿੰਦੇ ਵੇਖਾਂਗੇ।
ਜੰਗ ਜਿੱਤੀ ਗਈ ਉਹ ਇਲਾਕਾ, ਪਰ ਅਖੰਡ ਪਾਠ ਸਾਹਿਬ ਚੱਲਦੇ ਰਹੇ। ਭਰੋਸਾ ਇਹਨਾਂ ਗੱਲਾਂ ਤੋਂ ਹੀ ਪਤਾ ਲੱਗਦਾ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਹੜੀਆਂ ਬਖਸ਼ਾਂ ਵਰਤਾਉਂਦੇ ਨੇ, ਕੀ ਕੁਝ ਹੈ ਉਹਨਾਂ ਦੇ ਕੋਲ, ਪਰ ਸਾਡੇ ਕੋਲ ਸਿਦਕ ਦੀ ਘਾਟ ਰਹਿ ਜਾਂਦੀ, ਉਹ ਪਿਆਰਾਂ ਦੀ ਘਾਟ ਰਹਿ ਜਾਂਦੀ ਹੈ। ਸਤਿਗੁਰੂ ਤੇ ਪੂਰਾ ਹੈ। ਘੜੀ ਮੁੜੀ ਆਖਦੇ ਨਾ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਸਾਹਿਬ ਕਹਿੰਦੇ ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਜਿਨ ਸਿਮਰਿਆ ਸਈ ਪੈ ਨਿਹਾਲ, ਨਾਨਕ ਨਾਮ ਆਰਾਧਨਾ ਕਾਰਜ ਆਵੇ ਰਾਸ। ਪੂਰਾ ਗੁਰੂ ਹੈ। ਜਦੋਂ ਨਾ ਜੰਗ ਜਿੱਤੀ ਗਈ ਵਾਪਸ ਆ ਰਹੇ ਸਨ, ਅਤੇ ਜਿਨ੍ਹਾਂ ਬੇੜਿਆਂ ਵਿੱਚ ਵੱਡੇ ਜਿਹੜੇ ਸਮੁੰਦਰੀ ਜਹਾਜ਼ਾਂ 'ਚ ਆ ਰਹੇ ਸੀ, ਵੇਖਿਆ ਵੀ ਕਾਫੀ ਦਿਨ ਲੱਗਣੇ ਨੇ ਬੰਬਈ ਦੀ ਬੰਦਰਗਾਹ ਤੱਕ ਪਹੁੰਚਣ ਲਈ। ਅਤੇ ਸਾਰੇ ਜਿਹੜੇ ਨਾਲ ਫੌਜੀ ਸਨ ਕਹਿੰਦੇ ਵੀ ਆਪਾਂ ਵਿਹਲੇ ਕੀ ਕਰਨਾ, ਅਖੰਡ ਪਾਠ ਸਾਹਿਬ ਰੱਖੋ, ਇੱਕ ਦਾ ਭੋਗ ਪੈਣਾ ਦੂਸਰਾ ਰੱਖ ਲੈਣਾ। ਵਾਹਿਗੁਰੂ ਜੀ ਦੀ ਕਲਾ ਵਰਤੀ, ਅਚਾਨਕ ਸਮੁੰਦਰ 'ਚ ਤੂਫਾਨ ਆ ਗਿਆ। ਤੂਫਾਨ ਆਉਣ ਦੇ ਨਾਲ ਬੇੜਾ ਡਾਵਾਂ ਡੋਲ ਹੋ ਰਹੇ ਸੀ। ਹੁਕਮ ਆ ਗਿਆ ਵੀ ਛੋਟੀਆਂ ਬੇੜੀਆਂ ਲਵੋ, ਉਹਨਾਂ 'ਚ ਤੁਸੀਂ ਬਾਹਰ ਕਿਛਾਲਾ ਮਾਰੋ ਅਤੇ ਆਪਣੀ ਜਿੰਦ ਬਚਾਓ, ਨਿਕਲ ਜਾਓ। ਇਹ ਬੇੜਾ ਨਹੀਂ ਸੰਭਲਿਆ ਜਾ ਰਿਹਾ। ਬਹੁਤ ਸਾਰੇ ਫੌਜੀ ਜਿਹੜੀ ਦੂਸਰੇ ਸਨ, ਉਹਨਾਂ ਛੋਟੀਆਂ ਬੇੜੀਆਂ ਲਈਆਂ ਅਤੇ ਨਿਕਲ ਗਏ, ਪਰ ਅਫਸਰ ਦਾ ਇਹ ਹੁਕਮ ਨਹੀਂ ਸਨ ਮੰਨ ਰਹੇ। ਬਾਬਾ ਜੀ ਕਹਿੰਦੇ ਕਿਸੇ ਨਹੀਂ ਜਾਣਾ, ਅਖੰਡ ਪਾਠ ਸਾਹਿਬ ਵਾਲਾਓ ਕਰੇ। ਜਿਹੜੇ ਬਾਕੀ ਨੇ ਨਾਲ ਜਪਜੀ ਸਾਹਿਬ ਜਾਂ ਮੂਲ ਮੰਤਰ ਦੇ ਜਾਪ ਕਰ ਰਹੇ ਸਨ, ਹੋਰ ਕਿਆ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਥ ਸਾਥ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ, ਇਹ ਸ਼ਬਦ ਦਾ ਜਾਪ ਕਰੋ। ਅਫਸਰ ਕਹਿਣ ਡੁੱਬ ਜਾਓਗੇ, ਕਹਿਣ ਲੱਗੇ ਡੁੱਬ ਕੇ ਵੀ ਤੇ ਜਾਣਾ ਸੀ, ਬੇੜੀ ਰਾਹੀਂ ਵੀ ਤੇ ਜਿੰਦ ਜਾ ਸਕਦੀ ਹੈ। ਮਹਾਰਾਜ ਦਾ ਅਖੰਡ ਪਾਠ ਸਾਹਿਬ ਅਸੀਂ ਵਿੱਚੇ ਨਹੀਂ ਛੱਡਾਂਗੇ। ਇਸੇ ਤਰ੍ਹਾਂ ਹੀ 1-2 ਦਿਨ ਬੇੜਾ ਡੋਲਦਾ ਰਿਹਾ, ਪਾਠ ਚੱਲਦੇ ਰਹੇ, ਸਿੰਘਾਂ ਦੇ ਅੰਦਰ ਅਡੋਲ ਰਿਹਾ ਬੇੜਾ, ਬੰਨੇ ਲੱਗ ਗਿਆ, ਤੂਫਾਨ ਹਟ ਗਿਆ। ਪਿਆਰਿਓ, ਚ ਅੰਦਰ ਦੇ ਤੂਫਾਨ ਖੋਣ ਚਾਹੇ ਬਾਹਰਲੇ ਦੇ, ਜਿੱਥੇ ਗੁਰਬਾਣੀ ਦਾ ਜਾਪ ਹੋਏਗਾ ਵੱਡੇ ਵੱਡੇ ਤੂਫਾਨ ਟਲ ਜਾਂਦੇ ਹਨ। ਬਾਹਰਲਾ ਤੂਫਾਨ ਤੇ ਆਉਂਦਾ ਹੈ, ਟਲ ਜਾਂਦਾ ਹੈ। ਜਿਹੜੇ ਅੰਦਰੋਂ ਵਿਕਾਰਾਂ ਤੇ ਖਿਆਲਾਂ ਦੇ ਤੂਫਾਨ ਨੇ ਪਿਆਰਿਓ, ਇਹ ਵੀ ਗੁਰੂ ਸ਼ਬਦ ਨਾਲ ਹੀ ਮਿਟਦੇ ਨੇ। ਇਹ ਖੋਜੇ ਅਨੇਕਾਂ ਕੌਤਕ ਸੀ। ਬਾਅਦ ਵਿੱਚ ਆ ਕੇ ਬਾਬਾ ਜੀ ਖੁਰਾ ਨੇ 1917 ਵਿੱਚ ਫੌਜ 'ਚੋਂ ਨਾਮ ਕਟਾ ਲਿਆ ਸੀ। ਬਾਬਾ ਆਇਆ ਸਿੰਘ ਜੀ ਦੀ ਆਗਿਆ ਲੈ ਕੇ ਜਦੋਂ ਨਾਮ ਕਟਾਇਆ, ਹੁਕਮ ਹੋ ਗਿਆ, ਉੱਥੇ ਬਾਬਾ ਬਿਸ਼ਨ ਸਿੰਘ ਜੀ ਪਹਿਲਾਂ ਹੀ ਪਹੁੰਚੇ ਹੋਏ ਸੀ। ਉਹਨਾਂ ਦੀ ਸੇਵਾ ਕਰ ਰਹੇ ਸਨ ਅਤੇ ਉਹਨਾਂ ਦੀ ਇੱਛਾ ਸੀ ਕੋਈ ਬਾਬਾ ਜਵਾਲਾ ਸਿੰਘ ਜੀ ਖੁਰਾ ਨੂੰ ਨਾਲ ਲੈ ਕੇ ਜਾਣਾ। ਅੰਦਰੋਂ ਜੁੜੇ ਸਨ, ਬਾਬਾ ਆਇਆ ਸਿੰਘ ਜੀ ਤੋਂ ਆਗਿਆ ਲੈ ਲਈ। ਦੋਨੋਂ ਆ ਗਏ, ਪਹਿਲਾਂ ਪਿੰਡ ਲੰਗੇਰੀ ਆਏ, ਮਾਪਿਆਂ ਨੂੰ ਮਿਲੇ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਅੱਗੇ ਦੂਸਰੀ ਜਗ੍ਹਾ 'ਤੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਚਲੇ ਗਏ। ਬਾਬਾ ਕਰਨਾਮ ਸਿੰਘ ਜੀ ਜਾਣ ਵਾਲਿਆਂ ਦੇ ਕਾਫੀ ਉੱਥੇ ਵੀ ਕੌਤਕ ਵਰਤੇ। ਇੱਕ ਹੋਰ ਮਹਾਂਪੁਰਸ਼ ਸਨ ਲੁਧਿਆਣੇ ਕੋਲ, ਇੱਕ ਅਲਮਸਤ ਫਕੀਰ ਸਨ। ਉਹਨਾਂ ਨੂੰ ਭਾਸ਼ਾ ਵੀ ਕਈ ਆਉਂਦੀਆਂ ਸਨ। ਉਹਨਾਂ ਦਾ ਕੰਮ ਸੀ ਬਾਣ ਵੱਟੀ ਜਾਣਾ ਅਤੇ ਉਧੇੜੀ ਜਾਣਾ, ਪਰ ਉਹ ਵੀ ਕਿਸੇ ਨੂੰ ਨੇੜੇ ਨਹੀਂ ਸਨ ਆਉਣ ਦਿੰਦੇ। ਜਿਹਨੇ ਆਉਣਾ ਗਾਲਾਂ ਕੱਢਣੀਆਂ, ਮਾਰਨਾ, ਪਰ ਜੋ ਬਚਨ ਕਰਦੇ ਪੂਰਾ। ਬਾਬਾ ਜਵਾਲਾ ਸਿੰਘ ਸਾਹਿਬ ਜੀ ਉੱਥੇ ਵੀ ਗਏ, ਮਾਰ ਖਾ ਕੇ ਵੀ ਉਹ ਸਾਰਾ ਕੁਝ ਝੱਲ ਲਈ, ਪਰ ਜਦੋਂ ਉਹ ਵੇਖਿਆ ਵੀ ਨਹੀਂ ਹਟਦੇ, ਉਹਨਾਂ ਨੇ ਵੀ ਗਲਵੱਕੜੀ ਵਿੱਚ ਲੈ ਲਿਆ। ਇਹ ਵੀ ਬਾਣ ਵੱਟੀ ਜਾਣ ਅਤੇ ਉਧੇੜੀ ਜਾਣ। ਬਸ ਫਿਰ ਕੀ ਸੀ, ਇਸੇ ਮਸਤੀ ਵਿੱਚ ਹੀ ਸਮਾਂ ਲੰਘ ਗਿਆ। ਜਦੋਂ ਮਹਾਰਾਜ ਦੀ ਰਜਾ ਹੁੰਦੀ ਏ, ਫਿਰ ਉੱਥੋਂ ਅੱਗੇ ਤੁਰੇ। ਫਿਰ 1919 ਵਿੱਚ ਜਿਹੜਾ ਹੁਣ ਸਥਾਨ ਹੈ ਨਾ, ਜਿਹੜਾ ਗੁਰਦੁਆਰਾ ਸੰਤਗੜ੍ਹ ਸਾਹਿਬ ਹੈ, ਇਹਦੀ ਨੀਂਹ ਰੱਖੀ ਸੀ, ਕਿਉਂਕਿ ਹੁਕਮ ਸੀ ਇੱਥੇ ਆਉਣ ਦਾ, ਇੱਥੇ ਰੱਖੀ ਸੀ। ਫਿਰ ਇੱਥੇ ਬੇਅੰਤ ਸੰਗਤਾਂ ਜੋ ਜੋ ਮਹਿਮਾ ਸੁਣਦੀਆਂ ਨੇ, ਪੁੱਤਰ ਵਾਲੇ ਪੁੱਤਰ ਲੈਣ ਆਉਂਦੇ, ਨਾਮ ਦੀ ਦਾਤ ਲੈਣ ਵਾਲੇ ਉਹ ਲੈਂਦੇ, ਪੈਸੇ ਟਕੇ ਦੀ ਸੰਸਾਰ ਜਿਵੇਂ ਲੋੜਵੰਦ ਹੈ।
ਮਹਾਂਪੁਰਖ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਕੇ ਇੱਕ ਇੱਕ ਨੂੰ ਗੁਰਬਾਣੀ ਅਤੇ ਨਾਮ ਨਾਲ ਜੋੜੀ ਜਾਂਦੇ ਨੇ। ਅਨੇਕਾਂ ਰੂਹਾਂ ਬਾਬਾ ਜੀ ਨੇ ਇਸ ਅਸਥਾਨ 'ਤੇ ਰਹਿ ਕੇ ਜੋੜੀਆਂ। ਇੱਕ ਵਾਰੀ ਬਾਬਾ ਜੀ ਇੱਕ ਅੰਬ ਦੇ ਰੁੱਖ ਥੱਲੇ ਬੈਠੇ ਸਨ। ਉੱਥੇ ਬੈਠ ਕੇ ਬੰਦਗੀ 'ਚ ਲੀਨ ਸਨ। ਇੱਕ ਪ੍ਰੇਤ ਸੀ, ਪ੍ਰੇਤ ਆ ਕੇ ਉਹਨੇ ਅੰਬ ਦੀ ਟਾਹਣ ਤੋੜੇ, ਉੱਤੇ ਸੁੱਟੇ। ਬਾਬਾ ਜੀ ਅਡੋਲ ਬੈਠੇ ਰਹੇ। ਕੋਈ ਇੱਧਰੋਂ ਕਦੇ ਭਿਆਨਕ ਰੂਪ ਬਣਾਵੇ, ਖਵਾ, ਅੱਗ, ਕਈ ਕੁਝ। ਬਾਬਾ ਜੀ ਹਿੱਲੇ ਨਾ। ਫਿਰ ਉਹ ਬੇਨਤੀ 'ਤੇ ਆ ਗਿਆ, ਜੀ ਮੇਰਾ ਉਧਾਰ ਕਰੋ। ਕਹਿਣ ਲੱਗੇ ਤੂੰ ਕੌਣ ਹੈ? ਕਹਿੰਦਾ ਪਟਰਾਣੇ ਦਾ ਚੌਧਰੀ ਸਾਂ। ਤਾਕਤ ਸੀ ਮੇਰੇ ਕੋਲ, ਪਰ ਮੈਂ ਲੋਕਾਂ 'ਤੇ ਜ਼ੁਲਮ ਬਹੁਤ ਕੀਤੇ। ਬੜੀਆਂ ਧੀਆਂ ਭੈਣਾਂ ਦੀ ਇੱਜ਼ਤ ਵੀ ਰੋਲੀ। ਉਹ ਸਾਰੇ ਪਾਪਾਂ ਨੇ ਮੈਨੂੰ ਪ੍ਰੇਤ ਦੀ ਜੂਨ ਵਿੱਚ ਪਾ ਦਿੱਤਾ ਹੈ। ਮੈਂ ਬਹੁਤ ਦੁਖੀ ਹਾਂ। ਕਿਰਪਾ ਕਰੋ, ਮੇਰਾ ਉਧਾਰ ਕਰੋ, ਮੇਰੇ 'ਤੇ ਮਿਹਰ ਕਰੋ, ਉਧਾਰ ਕਰੋ। ਜਦੋਂ ਉਹਨੇ ਬੇਨਤੀ ਕੀਤੀ, ਬਾਬਾ ਜੀ ਕਹਿਣ ਲੱਗੇ ਤੂੰ ਇੰਨਾ ਪਾਪ ਕੀਤਾ ਹੈ, ਤੇਰਾ ਉਧਾਰ ਕਰਨਾ ਮੁਸ਼ਕਲ ਹੈ। ਜੀ ਨਹੀਂ, ਤੁਹਾਡੇ ਲਈ ਕੋਈ ਮੁਸ਼ਕਲ ਨਹੀਂ ਹੈ। ਕਹਿਣ ਲੱਗੇ ਮੈਨੂੰ ਜੋ ਹੁਕਮ ਕਰੋ ਮੈਂ ਸੇਵਾ ਕਰਾਂਗਾ। ਜਦੋਂ ਇਸ਼ਨਾਨ ਕਰਨਾ ਸੀ, ਬਾਬਾ ਜੀ ਖੁਰਾ ਨੇ ਖੂਹ ਗੇੜਨਾ ਸੀ ਹਲਟ। ਕਹਿਣ ਲੱਗੇ ਫਿਰ ਤੂੰ ਇੱਕ ਦਿਨ ਦੀ ਉਹ ਸੇਵਾ ਕਰ ਲੈ। ਉਹਨੇ ਹਲਟ ਚਲਾਇਆ, ਬਾਬਾ ਜੀ ਨੇ ਇਸ਼ਨਾਨ ਕੀਤਾ ਅਤੇ ਉਹਦਾ ਉਧਾਰ ਹੋ ਗਿਆ। ਸੇਵਾ ਦੇਣੀ ਆ। ਪੂਰਨ ਸਾਧੂ ਦੀ ਸੇਵਾ ਹਰ ਕਿਸੇ ਨੂੰ ਨਹੀਂ ਮਿਲਦੀ। ਜਿਹਨੂੰ ਮਿਲ ਗਈ ਕਿਸੇ ਵੀ ਬਖਾਨੇ ਇੱਕ ਦਿਨ ਦੀ, ਕੁਝ ਘੜੀਆਂ ਦੀ ਸੇਵਾ ਗੁਰੂ ਕੇ ਪਿਆਰੇ ਅਸੀਂ ਸਮਝ ਨਹੀਂ ਸਕਦੇ ਕਿੱਥੇ ਕੁ ਸਾਨੂੰ ਪਹੁੰਚਾ ਦਿੰਦੀ ਹੈ। ਅਸੀਂ ਪਖੰਡੀਆਂ ਨੂੰ ਵੇਖ ਕੇ ਸੱਚ ਤੋਂ ਵੀ ਪਿੱਛੇ ਹਟ ਜਾਂਦੇ ਹਾਂ, ਕਦੇ ਨਾ ਕਰੀਏ। ਪਰ ਇਹ ਸਾਡੇ ਵੱਸ ਨਹੀਂ। ਉਹ ਸੇਵਾ ਤਰੁੱਟ ਕੇ ਦਿੰਦਾ ਮੇਰਾ ਸਤਿਗੁਰੂ ਸੱਚਾ ਪਾਤਸ਼ਾਹ। ਜਿਹਨੂੰ ਮਿਲਦੀ ਏ ਉਹਨੂੰ ਹੀ ਪਤਾ ਉਹਦੇ ਬਦਲੇ ਕੀ ਕੁਛ ਮਿਲਦਾ ਏ। ਇੱਥੇ ਨਾ ਨੇੜੇ ਸੀ ਇੱਕ ਸਰਦਾਰ ਮਿੱਤ ਸਿੰਘ ਸਾਹਿਬ ਜੀ, ਖਰਬੂਜੇ ਸਨ ਉਹਨੇ ਲਾਏ ਹੋਏ। ਉਹਦੇ ਅੰਦਰ ਖਿਆਲ ਆਇਆ ਜੀ ਬਾਬਾ ਜੀ ਪੂਰੇ ਨੇ, ਲੋਕੀ ਤੇ ਬਹੁਤ ਆਉਂਦੇ ਨੇ ਸੰਗਤਾਂ, ਮੈਂ ਤਾਂ ਮੰਨਾਂਗਾ ਜੇ ਬਾਬਾ ਜੀ ਮੇਰੇ ਖੇਤਾਂ ਵਿੱਚ ਆਪ ਆਉਣ ਅਤੇ ਮੇਰਾ ਨਾਂ ਲੈ ਕੇ ਬੁਲਾਉਣ। ਮੌਜ ਬਣੀ। ਬਾਬਾ ਜੀ ਦੇ ਇੱਕ ਦਿਨ ਉੱਧਰ ਨਿਕਲ ਗਏ ਰਾਤ ਨੂੰ। ਉਹ ਰਾਤੀ ਪਹਿਰਾ ਲਾ ਰਿਹਾ ਸੀ ਖਰਬੂਜਿਆਂ 'ਤੇ, ਵੀ ਚੋਰੀ ਚਾਰੀ ਹੋ ਜਾਂਦੀ ਸੀ। ਜਾ ਆਵਾਜ਼ ਦਿੱਤੀ, ਸਰਦਾਰ ਮਿੱਤ ਸਿੰਘ ਜੀ ਕੀ ਕਰ ਰਹੇ ਹੋ? ਬੜਾ ਖੁਸ਼ ਹੋ ਗਿਆ ਵੀ ਇਹਨਾਂ ਨੂੰ ਤਾਂ ਨਾਮ ਪਤਾ ਹੈ ਜੀ, ਖਰਬੂਜਿਆਂ ਦੀ ਰਾਖੀ। ਕਹਿਣ ਲੱਗੇ ਤੂੰ ਕਾਫੀ ਚਿਰ ਤੋਂ ਉਡੀਕਦਾ ਸੀ, ਆ ਸਾਡੇ ਨਾਲ, ਤੈਨੂੰ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੋੜੀਏ, ਭਜਨ ਬੰਦਗੀ ਕਰਿਆ ਕਰ। ਅੱਛਾ। ਕਹਿਣ ਲੱਗਾ 7 ਬਚਨ। ਤੁਰਨ ਲੱਗਾ ਅਤੇ ਕਹਿਣ ਲੱਗਾ ਬਾਬਾ ਜੀ ਨਹੀਂ, ਚੋਰ ਚੁੜੱਕੇ ਦਾ ਇਲਾਕਾ, ਇੱਥੇ ਖਰਬੂਜੇ ਕੋ ਲੈ ਜਾਏਗਾ। ਬਾਬਾ ਜੀ ਕਹਿੰਦੇ ਤੂੰ ਫਿਕਰ ਨਾ ਕਰ, ਤੂੰ ਆ, ਜੋ ਮੰਗੇਗਾ ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਉਹੀ ਦਾਤ ਤੇਰੀ ਝੋਲੀ 'ਚ ਪਵਾ ਦਿਆਂਗੇ, ਲੋਕ ਪਰਲੋਕ ਦੀ। ਤੂੰ ਸਾਡੇ ਨਾਲ ਚੱਲ, ਆਪਾਂ ਥੋੜ੍ਹੀ ਜਿਹੀ ਦੂਰ ਚੱਲਣਾ, ਬਹੁਤਾ ਨਹੀਂ, ਮੁੜ ਹੋਣਾ ਸਵੇਰ ਤੱਕ। 7 ਬਚਨ। ਥੋੜ੍ਹਾ ਜਿਹਾ ਤੁਰਦਾ 2-4 ਕਿੱਲੇ, ਫਿਰ ਕਹਿੰਦਾ ਬਾਬਾ ਜੀ ਨਹੀਂ, ਅੰਦਰ ਨਹੀਂ ਮੰਨਦਾ, ਐਵੇਂ ਕੋਈ ਚੋਰ ਲੈ ਜਾਏਗਾ, ਉੱਧਰੋਂ ਖੁਰੇ ਕੁਝ ਮਿਲਣਾ ਕਿ ਨਹੀਂ ਮਿਲਣਾ ਤੇ ਵੀ ਮੈਂ ਗਵਾ ਬੈਠਾ। ਬੰਦਾ ਕਹਿੰਦਾ ਜ਼ਰੂਰ ਹੈ ਵੀ ਸਾਖੀਆਂ ਸੁਣ ਕੇ ਜੇ ਮੈਨੂੰ ਕੋਈ ਮੌਕਾ ਮਿਲੇ ਤਾਂ ਮੈਂ ਨਾ ਕਦੇ ਵੀ ਪਿੱਛੇ ਹਟਾਂ, ਮੈਂ ਤੇ ਤੁਰਾਂਗਾ। ਨਹੀਂ ਤੁਰਿਆ ਜਾਂਦਾ। ਜੇ ਉਹ ਆਪ ਨਾ ਤੋਰੇ ਤਾਂ ਉਹਦੇ ਖਿਆਲ ਹੀ ਨਹੀਂ ਆਉਂਦੇ। ਬਾਬਾ ਜੀ ਕਹਿਣ ਲੱਗੇ ਸ਼ਹੀਦ ਸਿੰਘਾਂ ਨੂੰ ਅਸੀਂ ਪਹਿਰੇ 'ਤੇ ਬਿਠਾ ਦਿੱਤਾ, ਤੂੰ ਪਰਵਾਹ ਨਾ ਕਰ, ਆ ਜਾ। ਤੀਜਾ ਵੀ ਇਹਨੇ ਬਚਨ ਮੋੜਿਆ ਸੀ। ਜਦੋਂ ਮੁੜ ਚੱਲਿਆ ਤੇ ਕਹਿਣ ਲੱਗੇ ਤੂੰ ਘਬਰਾਈ ਨਾ ਖੁਣ, ਤੈਨੂੰ ਨਾ ਉੱਥੇ ਪਹਿਰੇਦਾਰ ਬਿਠਾਏ ਨੇ। ਦਿਖਾਣਾ ਹੁੰਦਾ ਨਾ ਵੀ ਕਿਵੇਂ ਉਹ ਗੁਪਤ ਸ਼ਕਤੀਆਂ ਸਾਰੀਆਂ ਸੇਵਾ ਵਿੱਚ ਹੁੰਦੀਆਂ ਨੇ। ਆਪਾਂ ਬਚਨ 'ਤੇ ਪੜ੍ਹਦੇ ਹਾਂ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਰਹਿ, ਏਕ ਸ਼ਬਦ ਲਿਵਲਾਏ, ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ, ਜੋ ਖਰ ਹਿਰਦੈ ਸਦਾ ਵਸਾਏ। ਸੱਚਮੁੱਚ ਇਹਨਾਂ ਸਤਿਪੁਰਸ਼ਾਂ ਦੇ ਚਰਨਾਂ ਵਿੱਚ ਹੁੰਦੀਆਂ ਨੇ। ਖੈਰ ਕਹਿਣ ਲੱਗੇ ਜਦੋਂ ਤੂੰ ਜਾਏਗਾ ਨਾ ਅਤੇ ਤੈਨੂੰ 2 ਬੰਦੇ ਨਜ਼ਰ ਆਉਣਗੇ ਪਹਿਰੇ 'ਤੇ, ਘਬਰਾਈ ਨਾ, ਤੂੰ ਮੂਲ ਮੰਤਰ ਜਪੀ ਚੱਲੀ। 50 ਫੁੱਟ ਜਦੋਂ ਰਹਿ ਜਾਏਗਾ ਉਹ ਆਪੇ ਲੋਪ ਹੋ ਜਾਣਗੇ। ਬੜਾ ਹੈਰਾਨ, ਸੱਚਮੁੱਚ ਜਦੋਂ ਨੇੜੇ ਵੇਖਿਆ ਤੇ ਖੜੇ ਸੀ। ਭੱਜ ਕੇ ਪੁੱਛਿਆ ਕੌਣ ਹੈ? ਉਹ ਦਿਸਿਆ ਹੀ ਨਹੀਂ। ਫਿਰ ਪਛਤਾਵੇ, ਫਿਰ ਕੀ ਹੋਣਾ ਸੀ, ਉਹ ਸਮਾਂ ਲੰਘ ਗਿਆ। ਮੇਰੇ ਕਹਿਣ ਤੋਂ ਮੁਰਾਦ ਕਈ ਵਾਰਾਂ ਬੰਦਾ ਕੁਝ ਪਰਖ ਕਰਕੇ ਫਿਰ ਇਸ ਰਾਹ 'ਤੇ ਤੁਰਦਾ। ਕਈਆਂ ਨੂੰ ਦੁੱਖ ਜੋੜ ਦਿੰਦਾ, ਕਈਆਂ ਨੂੰ ਸੁੱਖ ਜੋੜ ਦਿੰਦਾ। ਸਤਿਗੁਰੂ ਜੀ ਦੇ ਰਾਹ 'ਤੇ
ਉਹਦੀ ਖੇਡ ਬੇਅੰਤ ਉਹਦੇ ਜੋੜਨ ਦੇ ਨੇ। ਪਰ ਇੱਕ ਵਾਰ ਬਾਬਾ ਜੀ ਹੋਰੀ ਸ੍ਰੀ ਅਨੰਦਪੁਰ ਸਾਹਿਬ ਗਏ, ਉੱਥੇ ਬਤਾਲੇ ਵਾਲੇ ਬਾਬਾ ਈਸ਼ਰ ਸਿੰਘ ਜੀ ਦਾ ਮੇਲ ਹੋਇਆ। ਇਹ ਮਸਤ ਸਨ ਜਿਹੜੇ ਭਾਈ ਪੱਲਾ ਦੀ ਬਖਸ਼ਿਸ਼ ਵਿੱਚੋਂ ਅੱਗੇ ਤੁਰੀ ਆ ਰਹੀ ਸੀ ਬਖਸ਼ਿਸ਼, ਇਹ ਵੀ ਪਹੁੰਚੇ ਹੋਏ ਸਨ। ਜਦੋਂ ਇਹਨਾਂ ਨਾਲ ਮੇਲ ਹੋਇਆ ਜਿੱਥੇ ਬਾਬਾ ਜੀ ਠਹਿਰੇ ਸਨ, ਅਤੇ ਜਦੋਂ ਗਏ ਤੇ ਕਹਿਣ ਲੱਗੇ ਸਾਨੂੰ 4 ਦਿਨ ਹੋ ਗਏ ਤੁਹਾਨੂੰ ਲੱਭਦਿਆਂ ਨੂੰ। ਸੰਗਤ ਨੂੰ ਕਹਿੰਦੇ ਇਹਨਾਂ ਨੂੰ ਅਸੀਂ ਲੱਭਦੇ ਸਾਜੇ। ਬਹੁਤ ਖੁਸ਼ ਮਿਲੇ, ਪਰ ਬਾਬਾ ਜਵਾਲਾ ਸਿੰਘ ਜੀ ਰਾਤ ਨੂੰ ਚੁੱਪ ਕਰਕੇ ਹੀ ਉੱਥੋਂ ਛਿਪ ਕੇ ਚਲੇ ਗਏ। ਬਾਬਾ ਜੀ ਨੇ ਬਹੁਤ ਲੱਭਿਆ, ਉਦਾਸ ਹੋਏ। ਫਿਰ ਅੰਦਰ ਦੀਆਂ ਕਹਾਣੀਆਂ। ਇੱਕ ਵਾਰੀ ਸਤਿਕਾਰਯੋਗ ਬਾਬਾ ਜਵਾਲਾ ਸਿੰਘ ਸਾਹਿਬ ਜੀ ਤੀਰਥ ਯਾਤਰਾ ਇੱਧਰ ਗਏ, ਅਤੇ ਬਾਬੇ ਬਕਾਲੇ ਜਦੋਂ ਗਏ ਨਾ, ਕਹਿਣ ਲੱਗੇ ਇੱਥੇ ਬਤਾਲਾ ਨੇੜੇ ਸਾਡਾ ਸਾਥੀ ਫੌਜ ਦਾ ਸਰਦਾਰ ਨੱਥਾ ਸਿੰਘ ਦਾ ਪਿੰਡ ਵੀ ਉਹ ਸੀ, ਚਲੋ ਨਾਲੇ ਉਹਨੂੰ ਮਿਲ ਚਲੀਏ ਅਤੇ ਨਾਲੇ ਬਾਬਾ ਈਸ਼ਰ ਸਿੰਘ ਜੀ ਨੂੰ। ਜਦੋਂ ਗਏ ਸਾਥੀ ਤਾਂ ਖੁਸ਼ ਹੋਇਆ ਹੀ ਹੋਇਆ। ਬਾਬਾ ਈਸ਼ਰ ਸਿੰਘ ਜੀ ਉਹਨਾਂ ਨੂੰ ਇੰਨੀ ਖੁਸ਼ੀ ਕੋਈ ਸੰਭਾਲ ਨਾ ਜਾਵੇ। ਪਰਿਵਾਰ ਨੂੰ ਕਹਿਣ ਲੱਗੇ ਚਰਨੀ ਡਿੱਗੋ, ਅੱਜ ਕੌਣ ਆ ਗਿਆ? ਰੱਬ ਆਪ ਆ ਗਿਆ ਸਾਡੇ ਘਰ। ਜਦੋਂ ਸੰਗਤ ਕੀਤੀ ਤੇ ਬੇਨਤੀ ਕੀਤੀ ਸਾਨੂੰ ਨਾਲ ਹੀ ਲੈ ਚੱਲੋ, ਫਿਰ ਨਾਲ ਹੀ ਲੈ ਗਏ ਸਨ। ਪਿਆਰਿਓ ਬੜਾ ਕੋਸ਼ਿਸ਼ ਰਾਹ 'ਤੇ ਉਹ ਮਸਤ ਸਨ, ਫਿਰ ਉੱਥੇ ਹੀ ਰਹੇ ਸਨ। ਉਹਨਾਂ ਦੇ ਬੇਅੰਤ ਕੌਤਕ ਹੈ। ਜਦੋਂ ਕਿਸੇ ਦਾ ਜੀਅ ਕਰੇ ਹਰਖੋਵਾਲ ਵਾਲੇ 7 ਪੁਰਸ਼ਾਂ ਦਾ ਜੀਵਨ ਜ਼ਰੂਰ ਪੜ੍ਹੋ, ਬਹੁਤ ਕੁਝ ਸਿੱਖਣ ਨੂੰ ਮਿਲਦਾ। ਹਰ ਮਹਾਂਪੁਰਖ ਨੂੰ ਮਹਾਰਾਜ ਨੇ ਵੱਖਰੇ ਵੱਖਰੇ ਢੰਗ, ਵੱਖਰੇ ਵੱਖਰੇ ਤਰੀਕੇ ਨਾਲ ਜੋੜਨ ਦੀ ਸੇਵਾ ਦਿੱਤੀ ਹੁੰਦੀ ਹੈ। ਜਦੋਂ ਮਸਤ ਸਨ, ਇੱਕ ਵਾਰ ਨਾ ਬਾਬਾ ਈਸ਼ਰ ਸਿੰਘ ਜੀ ਇਹੀ ਸਨ, ਮਸਤ ਸਨ, ਅਤੇ ਉਸੇ ਮਸਤੀ ਦੇ ਵਿੱਚ ਹੀ ਇੱਕ ਵਾਰ ਕਹਿਣ ਲੱਗੇ ਬਾਬਾ ਜਵਾਲਾ ਸਿੰਘ ਜੀ ਨੇ ਅਸੀਂ ਚਾਹੁੰਦੇ ਹਾਂ ਜੇ ਤੁਸੀਂ ਕੁਛ ਮੰਗੋ ਅਸੀਂ ਦੇਈਏ। ਕਹਿਣ ਲੱਗੇ ਜੀ ਤੁਸੀਂ ਸਭੋ ਕੁਛ ਦਿੱਤਾ, ਹੋਰ ਕੀ ਮੰਗੀਏ? ਕਾਫੀ ਵਾਰੀ ਕਿਹਾ, 3 ਵਾਰੀ। ਕਹਿਣ ਲੱਗੇ ਤੁਸੀਂ ਤੇ ਸਰੀਰ ਛੱਡ ਰਹੇ ਹੋ, ਤਿਆਰੀ ਕੀਤੀ ਜੀ ਤਾਂ ਹੀ ਤੇ ਕਿਹਾ ਹੈ। ਕਹਿਣ ਲੱਗੇ ਫਿਰ ਮੇਰੀ ਬੇਨਤੀ ਬਾਬਾ ਜਵਾਲਾ ਸਿੰਘ ਸਾਹਿਬ ਜੀ ਕਹਿਣ ਲੱਗੇ ਭਾਈ ਸਾਡੀ ਬੇਨਤੀ 10 ਸਾਲ ਹੋਰ ਸਰੀਰ ਨਾ ਛੱਡੋ। 7 ਬਚਨ ਜੇ ਤੁਹਾਡੇ ਤੋਂ ਬਚਨ ਹੋ ਗਿਆ ਨਹੀਂ ਛੱਡਾਂਗੇ, ਪਰ ਸਾਡੀ ਸਰੀਰਕ ਕਿਰਿਆ ਹੁਣ ਬਦਲ ਜਾਏਗੀ। ਲੋਕੀ ਸਾਨੂੰ ਬਹੁਤ ਕੁਝ ਕਹਿਣਗੇ, ਤੁਸੀਂ ਨਾ ਸਾਨੂੰ ਝੱਲਾ ਪਾਗਲ ਕਹਿਣਾ। ਹੱਸਦੇ ਸੀ, ਕਹਿੰਦੇ ਜੇ ਸਾਡੀ ਕੀ ਜ਼ਰੂਰਤ ਹੈ। ਸਰੀਰ ਉਹਨਾਂ ਦਾ ਮੋਟਾ ਹੋ ਗਿਆ, ਸੇਵਾਦਾਰ ਚੁੱਕ ਕੇ ਸਾਰੀ ਕਿਰਿਆ ਕਰਾਉਂਦੇ ਸਨ। ਪਰ ਇਹ ਫਕੀਰਾਂ ਦੀਆਂ ਬਾਤਾਂ ਅਨੋਖੀਆਂ ਹੁੰਦੀਆਂ ਨੇ। ਉਹਨਾਂ ਦੇ ਫਕੀਰ ਦੀ ਗੱਲ 1-2 ਕਰਕੇ ਗੱਲ ਕਰ ਰਹੇ ਹਾਂ। ਜਦੋਂ ਇਹ ਕਹਾਣੀਆਂ ਛਿੜਦੀਆਂ ਅਤੇ ਲੰਬੇਰੀਆਂ ਨੇ, ਆਪਾਂ ਕੇਵਲ ਮੁੱਢਲਾ ਜਿਹਾ ਜੀਵਨ ਦਾ ਹੀ ਦਰਸ਼ਨ ਦੀਦਾਰ ਇਹ ਕਰ ਰਹੇ ਹਾਂ, ਸਾਰੇ ਦੀ ਨਹੀਂ। ਸਾਰੇ ਦੇ ਤੇ ਨਾਲੇ ਕਰਨਾ ਵੀ ਕੀ, ਸਾਰੇ ਦਾ ਤੇ ਮਤਲਬ ਹੈ ਇਹਨਾਂ ਗੱਲਾਂ ਤੋਂ, ਕਥਾ ਕਹਾਣੀਆਂ ਤੋਂ ਖੁਦ ਅੰਮ੍ਰਿਤ ਦੀ ਦਾਤ ਲੈ ਕੇ ਨਾਮ ਨਾਲ ਜੁੜੀਏ ਅਤੇ ਉਹ ਮਸਤੀਆਂ ਮਾਣੀਏ ਜਿਹੜੀਆਂ ਸਤਿਗੁਰੂ ਹਰ ਸਿੱਖ ਨੂੰ ਮਸਤੀਆਂ ਦੇਣਾ ਚਾਹੁੰਦੇ ਨੇ। ਜਿਹਦੇ ਬਾਰੇ ਕਹਿੰਦੇ ਬਾਬਾ ਮਨ ਮਤ ਵਾਰੂ ਨਾਮ ਰਸ ਪੀਵੇ, ਜਿਹਨੂੰ ਕਹਿੰਦੇ ਆ ਪਿੱਧ ਵਰਗਾ ਰਸ ਕੋਈ ਨਹੀਂ। ਉਧਰ ਤੁਰਨਾ ਹੀ ਮਹਾਂਪੁਰਖ ਦਾ ਸਤਿਕਾਰ ਇਹ ਸੀ, ਖੁਦ ਬੰਦਗੀ ਕਰੀਏ, ਅੰਮ੍ਰਿਤ ਧਾਰੀ ਹੋਈਏ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਦਕੇ ਜਾਈਏ। ਮਹਾਂਪੁਰਖਾਂ ਦਾ ਉਪਦੇਸ਼ ਹੀ ਹੁੰਦਾ ਏ ਵੀ ਇੱਕ ਪਲ ਗੁਰੂ ਕੇ ਸ਼ਬਦ ਨਾਲ ਜੁੜ ਕੇ ਰਹੋ। ਗੱਲ ਕਰ ਰਹੇ ਸਾਂ ਉਹ ਬਾਬਾ ਈਸ਼ਰ ਸਿੰਘ ਜੀ ਖੁਰਾਂ ਦੀ, ਇਹ ਮਹਾਂਪੁਰਖਾਂ ਦੀ ਵੀ ਕਮਾਲ। ਇੱਕ ਪਿੰਡ ਸੀ ਨਾਲ, ਇੱਕ ਦਿਨ ਜਦੋਂ ਕਿ ਇਹਨਾਂ ਦੀ ਕਿਰਿਆ ਨਹੀਂ ਸੀ ਕਰ ਸਕਦੇ, ਇੱਕ ਦਿਨ ਕਹਿੰਦੇ ਆਪਾਂ ਨਾਲ ਦੇ ਪਿੰਡ ਜਾਣਾ ਅਤੇ ਤੁਰ ਕੇ ਜਾਣਾ। ਬੜੇ ਖਰਾਂ ਤੁਰਨਗੇ ਕਿਵੇਂ, ਉੱਥੋਂ ਤੱਕ ਤੇ ਜਾ ਨਹੀਂ ਸਕਦੇ। ਤੁਰ ਪੈਡਾ ਭਾਰਾ ਸਿਰ ਭੱਜੇ ਜਾਣ। ਮਾਈ ਘਰ ਨਹੀਂ ਸੀ। ਜਾ ਕੇ ਜਾਂਦਿਆਂ ਸਾਰ ਕਹਿਣ ਲੱਗੀ ਸੇਵਾਦਾਰ ਨੂੰ ਘਿਓ ਕੱਢ, ਉੱਥੇ ਪਿਆ ਹੈ। ਘੜਾ ਭਰਿਆ ਸੀ, ਆਟਾ ਗੁੰਨਿਆ, ਫਟਾਫਟ ਅੱਗ ਬਾਲੀ, ਵੱਡਾ ਸਾਰਾ ਰੋਟ ਪਕਾ ਕੇ ਉਹਦੇ 'ਤੇ ਘਿਓ ਪਾਈ ਜਾਣ ਅਤੇ ਸਾੜੀ ਜਾਣ। ਮਾਈ ਆ ਗਈ, ਖੁਸ਼ੀ ਹੋਈ। ਘਿਓ ਸੜਦਾ ਵੇਖ ਕੇ ਸੇਵਾਦਾਰਾਂ ਨੂੰ ਕਹਿੰਦੀ ਏ ਜੀ ਬਾਬਾ ਜੀ ਛਕ ਲੈਣ ਜਾਂ ਛਕਾ ਦੇਣ ਕਿਸੇ ਨੂੰ, ਇਹ ਰੋੜੀ ਜਾ ਰਹੇ ਨੇ, ਮੈਂ ਗਰੀਬਣੀ ਇਹਦੇ ਨਾਲ ਹੀ ਗੁਜ਼ਾਰਾ ਕਰਦੀ ਸਾਂ, ਪਰ ਸ਼ੁਕਰ ਹੈ ਅੱਜ ਸੇਵਾ ਵਿੱਚ ਲੱਗ ਜਾਏਗਾ, ਗਰੀਬ ਹਾਂ ਘਰੋਂ। ਸੇਵਾਦਾਰ ਨੇ ਕਿਹਾ ਬਾਬਾ ਜੀ ਘਿਓ ਬਹੁਤ ਸੜ ਗਿਆ ਉੱਪਰ ਤਵੇ ਦੇ, ਰੋਟੀ ਦੇ ਪਰੌਂਠੇ ਦੇ, ਹੁਣ ਆਪਾਂ ਬਸ ਕਰੀਏ। ਕਹਿਣ ਲੱਗੇ ਨਹੀਂ ਬਸ ਨਹੀਂ ਕਰਨਾ, ਸਾਰਾ ਘਿਓ ਸਾੜ ਲੈਣ ਦੇ। ਬੱਚਿਆ ਸੀ ਘਿਓ ਸਾੜਨ ਨਹੀਂ ਆਏ, ਇਸ ਬੀਬੀ ਦੇ ਕਈ ਪੁਸ਼ਤਾਂ ਦੀ ਗਰੀਬੀ ਸਾੜਨ ਆਏ ਹਾਂ, ਸਾੜ ਲੈਣ ਦੇ।
ਇਹੋ ਜਿਹੇ ਕੌਤਕ ਵਰਤਾਉਂਦੇ ਸਨ। ਜਦੋਂ ਉਹਨਾਂ ਨੇ ਸਰੀਰ ਵੀ ਛੱਡਿਆ ਸੀ ਨਾ, ਚਮਕੌਰ ਸਾਹਿਬ ਸਣ ਉਦੋਂ ਬਾਬਾ ਜੀ ਖੋਰੀ ਖਰਖੋਵਾਲ ਵਾਲੇ ਸਤਿਪੁਰਸ਼, ਉਹਨਾਂ ਦਾ ਪਿਆਰਾ ਸਰੂਪ, ਉਹਨਾਂ ਬਾਰੇ ਇਹ ਜਦੋਂ ਰਾਤਾਂ ਨੂੰ ਕਈ ਵਾਰ ਤੁਰਨਾ ਨਾ, ਅਤੇ ਜਿਹੜੀ ਜੋਤ ਹੈ ਸੇਵਾਦਾਰ ਬਣ ਕੇ ਅੱਗੇ ਆਪਣੇ ਆਪ ਜਗਦੀ ਤੁਰੀ ਜਾਂਦੀ ਸੀ। ਹੁਕਮ ਸੀ ਸਤਸੰਗੀਆਂ ਨੂੰ, ਜੇ ਅਚਾਨਕ ਵੇਖੋ ਘਬਰਾਉਣਾ ਨਹੀਂ, ਮੂਲ ਮੰਤਰ ਦਾ ਪਾਠ ਕਰਨਾ ਅਤੇ ਤੁਹਾਨੂੰ ਉਹ ਚੀਜ਼ ਸੁੱਖ ਦੇਵੇਗੀ, ਡਰਾਵੇਗੀ ਨਹੀਂ। ਲੋਕ ਉਹਨਾਂ ਨੂੰ ਰੱਬ ਜੀ ਕਿਹਾ ਕਰਦੇ ਸਨ। ਰੱਬ ਜੀ, ਸਤਿਕਾਰਯੋਗ ਬਾਬਾ ਜੀ ਖੁਰਾਂ ਨੂੰ, ਉਹਨਾਂ ਦੀਆਂ ਬਖਸ਼ਾਂ ਨੂੰ ਅਸੀਂ ਜਾਣ ਤੇ ਨਹੀਂ ਸਕਦੇ, ਪਰ ਜੀ ਚਾਹੁੰਦਾ ਨਾ ਪਿਆਰਿਆਂ ਦੀਆਂ ਬਾਤਾਂ ਕਰੀਏ, ਉਹਨਾਂ ਦੀਆਂ ਗੱਲਾਂ ਕਰਕੇ ਵੀ ਆਨੰਦ ਹੈ। ਬਚਨ ਕਮਾਵਾਂਗੇ ਤੇ ਕੈਸਾ ਆਨੰਦ ਬਣੇਗਾ। ਉੱਥੇ ਸਰੀਰ ਛੱਡਿਆ ਬਾਬਾ ਈਸ਼ਰ ਸਿੰਘ ਜੀ ਹੋਰਾਂ ਨੇ, ਹਰਖੋਵਾਲ ਵਾਲੇ ਅੰਕੁਲਕਾਰ ਸੀ, ਉਹਦੇ ਵਿੱਚ ਪਾ ਕੇ ਕਹਿੰਦੇ ਵੀ ਉੱਥੇ ਜਾ ਕੇ ਅਸਥਾਨ 'ਤੇ ਸੰਸਕਾਰ ਕਰਾਂਗੇ। ਹੁਣ ਪਿਛਲੀ ਸੀਟ 'ਤੇ ਸਰੀਰ ਨੂੰ ਲਿਟਾਇਆ ਅਤੇ ਨਾਲ ਸੇਵਾਦਾਰ ਬਹਿ ਗਏ। ਅਗਲੀ ਸੀਟ 'ਤੇ ਬਾਬਾ ਜੀ ਸਨ। ਜਦੋਂ ਆ ਕੇ ਚਿਖਾ ਤਿਆਰ ਹੋਈ ਅਤੇ ਉਹਦੇ ਉੱਪਰ ਲਿਟਾਇਆ ਅਤੇ ਸੰਗਤ ਬੜੇ ਪੈਰਾਗ ਪਿਆਰ ਵਿੱਚ ਅਤੇ ਬਾਬਾ ਈਸ਼ਰ ਸਿੰਘ ਜੀ ਉੱਠ ਕੇ ਬਹਿ ਗਏ। ਕਹਿਣ ਲੱਗੇ, ਤੁਸੀਂ ਸਾਨੂੰ ਸਰੀਰ ਹੀ ਸਮਝਿਆ ਸੀ, ਇਕੱਠਾ ਜਿਹਾ ਕਰਕੇ ਪੰਡ ਬਣਾ ਕੇ ਕਾਰ 'ਚ ਲਿਆਏ ਹੋ। ਸਰੀਰ ਛੱਡਣ ਤੋਂ ਬਾਅਦ ਕਹਿਣ ਲੱਗੇ, ਅੱਛਾ ਹੁਣ ਭਰਮ ਨਹੀਂ ਕਰਨਾ, ਅਸੀਂ ਚੱਲੇ ਹਾਂ। ਦੱਸ ਕੇ ਫਿਰ ਲੇਟੇ, ਕਹਿੰਦੇ ਸੰਸਕਾਰ ਕਰੋ। ਇਹੋ ਜਿਹੀਆਂ ਰੂਹਾਂ ਬਾਰੇ ਮੇਰੇ ਵਰਗਾ ਕੀ ਬਿਆਨ ਕਰ ਸਕਦਾ ਅਤੇ ਕੀ ਕਹਿ ਸਕਦਾ? ਕੁਛ ਵੀ ਨਹੀਂ ਪਿਆਰਿਓ। ਪਰ ਪੂਰਿਆਂ ਦੀ ਬਾਤ ਇੱਕੋ ਕਵਾਂ, ਪੂਰਿਆਂ ਦੀ ਬਾਤ ਇੱਥੇ ਮਨਾਈਆਂ ਪਿੰਡ ਦੇ ਸਰਦਾਰ ਬੰਤਾ ਸਿੰਘ ਕੇਰ ਸਿੰਘ ਦੋ ਭਰਾ ਸਨ। ਉਹ ਕੀਰਤਨ ਕਰਦਾ ਸੀ ਥੋੜ੍ਹਾ ਬਹੁਤਾ, ਪਰ ਜਦੋਂ ਇੱਧਰ ਆਇਆ, ਸੰਗਤ ਕੀਤੀ, ਇਹੋ ਜਿਹਾ ਨਸ਼ਾ ਚੜ੍ਹਿਆ, ਉਹਦੀ ਸੁਰਤੀ ਦੁਨੀਆ ਵੱਲੋਂ ਬਿਲਕੁਲ ਹੀ ਉਲਟ ਗਈ। ਜ਼ੋਰ ਜ਼ੋਰ ਦੀ ਉਸਨੇ ਗਾਈ ਜਾਣਾ, ਭੱਜਣਾ, ਇਹੋ ਜਿਹੀ ਹਾਲਤ ਹੋ ਗਈ, ਉਹਨਾਂ ਨੂੰ ਬੰਨ੍ਹਣਾ ਪੈ ਗਿਆ। ਭਰਾ ਆਇਆ, ਉਹਨੇ ਜੱਫਾ ਪਾ ਲਿਆ ਸੀ, ਪੜ੍ਹ ਰਹੇ ਸਾਂ। ਸਤਿਕਾਰਯੋਗ ਸੰਤ ਵਾਹਿਗੁਰੂ ਜਗਜੀਤ ਸਿੰਘ ਜੀ ਖਰਖੋਵਾਲ ਵਾਲਿਆਂ ਨੇ ਮਹਾਂਪੁਰਖਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਲਿਖੀਆਂ। ਇਸੇ ਤਰ੍ਹਾਂ ਗਿਆਨੀ ਜੋਤ ਸਿੰਘ ਹੋਰਾਂ ਨੇ ਵੀ ਉਹਦੇ 'ਚੋਂ ਲਿਖਦੇ ਨੇ ਵੀ ਉਹ ਜਦੋਂ ਕੇਰ ਸਿੰਘ ਨੇ ਪਕੜਿਆ, 3 ਦਿਨ ਜੱਫੀ ਪਾਈ, ਜੱਫੀ ਪਾਈ ਤਾਂ ਉਹ ਕਰੰਟ ਇਹੋ ਜਿਹਾ ਉਹ ਵੀ ਜੁੜ ਗਏ, ਪਰ ਉਹਨਾਂ ਦੀ ਅੱਖਾਂ ਦੀ ਜੋਤ ਚਲੀ ਗਈ ਸੀ। ਬਾਅਦ ਵਿੱਚ ਫਿਰ ਬਾਬਾ ਜੀ ਨੂੰ ਬੇਨਤੀ ਕੀਤੀ ਸੀ, ਉਹਨਾਂ ਕਿਹਾ ਅਖੰਡ ਪਾਠ ਸਾਹਿਬ ਰੱਖੋ, ਭਰੋਸਾ ਕਰਨਾ ਠੀਕ ਹੋ ਜਾਣਗੇ। ਭਾਈ ਕੇਰ ਸਿੰਘ ਦੀ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਸੀ, ਪਰ ਭਾਈ ਬੰਤਾ ਸਿੰਘ ਬਿਲਕੁਲ ਠੀਕ ਹੋ ਗਏ ਅਤੇ ਕਾਲੇ ਪੈਨੇ ਆ ਨਾ। ਚੱਲਦੇ ਪਾਠ 'ਚ ਅਗਲੇ ਦਿਨ ਅੱਖਾਂ ਉਹਨਾਂ ਦੀ ਪੱਟੀ ਖੋਲ੍ਹ ਕੇ ਵੇਖਿਆ, ਸੱਚੀ ਮੁੱਚੀ ਨਿਗਾਹ ਆ ਗਈ ਕਿ ਨਹੀਂ। ਉਹ ਨਿਗਾਹ ਆਉਂਦੀ ਆਉਂਦੀ ਰੁਕ ਗਈ ਉੱਥੇ ਹੀ। ਅਸੀਂ ਨਾ ਕਾਲੇ ਪੈ ਜਾਂਦੇ ਹਾਂ, ਸਿਦਕ ਰੱਖੀਏ ਸਭੋ ਕੁਛ ਹੁੰਦਾ। ਖੈਰ ਬਾਅਦ ਵਿੱਚ ਭੋਗ ਪਿਆ, ਮਹਾਂਪੁਰਸ਼ਾਂ ਨੇ ਸਮਝਾਇਆ, ਪਰ ਭਾਈ ਬੰਤਾ ਸਿੰਘ ਜੀ ਫਿਰ ਕੀਰਤਨ ਦੁਆਰਾ ਬਹੁਤ ਸਮਾਂ ਇੱਥੇ ਸੇਵਾ ਕਰਦੇ ਰਹੇ। ਮੇਰੇ ਕਹਿਣ ਤੋਂ ਮੁਰਾਦ ਸਤਿਕਾਰਯੋਗ ਸੰਤ ਬਾਬਾ ਜਵਾਲਾ ਸਿੰਘ ਸਾਹਿਬ ਜੀ ਖਰਖੋਵਾਲ ਵਾਲਿਆਂ ਨੇ ਫਿਰ ਇਹ 1919 'ਚ ਗੁਰਦੁਆਰਾ ਸੰਤਗੜ੍ਹ ਦੀ ਨੀਂਹ ਰੱਖੀ ਹੈ। 13 ਨਵੰਬਰ 1957 ਨੂੰ ਚੋਲਾ ਬਦਲਦੇ ਨੇ। ਇੰਨੇ ਸਾਲ ਜਿਹੜੇ ਸਤਿਗੁਰੂ ਜੀ ਨੇ ਦਿੱਤੇ ਸਨ ਬਖਸ਼ਿਸ਼ ਕਰਕੇ, ਉਹਨਾਂ 'ਚ ਲੱਖਾਂ ਹੀ ਰੂਹਾਂ ਨੂੰ ਸਤਿਗੁਰੂ ਜੀ ਨਾਲ ਉਹਨਾਂ ਨੇ ਜੋੜਿਆ। ਉਹਨਾਂ ਨੂੰ ਵੱਖ-ਵੱਖ ਜਦੋਂ ਉਹਨਾਂ ਦੇ ਪਿਆਰ ਵਾਲੀ ਸੰਗਤਾਂ ਮਿਲਦੀਆਂ ਨੇ ਅਤੇ ਕੌਤਕ ਦੱਸਣ ਲੱਗਦੀਆਂ ਅਤੇ ਮੁੱਕਦੇ ਹੀ ਨਹੀਂ ਹਨ। ਦਿੱਲੀ ਤੋਂ ਪਰਿਵਾਰ ਹੈ, ਮਾਤਾ ਵੱਡੀ ਉਮਰ ਦੇ ਨੇ, ਸਰੀਰ ਕਰਕੇ ਬਹੁਤ ਸੋਹਣਾ ਤੰਦਰੁਸਤ ਹੈ। ਜਦੋਂ ਉਹਨਾਂ ਦਾ ਵੀ ਅੰਤਾਂ ਦਾ ਪਿਆਰ ਸੀ, ਕਿਉਂਕਿ ਉਹਨਾਂ ਦੇ ਘਰੇ ਇਹ ਛੋਟੇ ਸਨ, ਉਹਨਾਂ ਦੇ ਪਿਤਾ ਜੀ ਦੀ ਬਹੁਤ ਸ਼ਰਧਾ ਸੀ। ਉਹਨਾਂ ਦੇ ਘਰੇ ਕਈ ਮਖੀਨੇ ਆ ਕੇ ਬਾਬਾ ਜਵਾਲਾ ਸਿੰਘ ਸਾਹਿਬ ਜੀ ਰਿਹਾ ਕਰਦੇ ਸਨ। ਉਹ ਬਹੁਤ ਘਟਨਾਵਾਂ ਸਾਂਝੀਆਂ ਕਰਦੇ ਸਨ, ਦੱਸਦੇ ਸਨ ਵੀ ਕਿਵੇਂ ਕਿਵੇਂ ਕਲਾ ਵਰਤਦੀ ਸੀ। ਚੋਲਾ ਬਦਲਣ ਤੋਂ ਪਹਿਲਾਂ ਜਦੋਂ ਉਹਨਾਂ ਦੇ ਘਰੋਂ ਆਏ ਸੀ, ਕਹਿੰਦੇ ਪਿਤਾ ਜੀ ਕਹਿੰਦੇ ਜਦੋਂ ਬਾਬਾ ਜੀ ਨੇ ਆਉਣਾ, ਹਰ ਵਾਰੀ ਨਵੇਂ ਬਿਸਤਰੇ ਬਣਾ ਕੇ ਉਹਨਾਂ ਲਈ ਅਤੇ ਸੰਗਤ ਨੂੰ ਦੇਣੇ। ਜਦੋਂ ਅਖੀਰਲੀ ਵਾਰੀ ਆਉਣਾ ਤੇ ਕਹਿੰਦੇ ਸੀ ਹੁਣ ਅਸੀਂ ਨਹੀਂ ਵਾਪਸ ਸਰੀਰ ਕਰਕੇ ਮਿਲਾਂਗੇ। ਜਿਸ ਜੀਪ 'ਚ ਬੈਠ ਕੇ ਤੁਰਨ ਲੱਗੇ, ਉਹਦੇ ਟਾਇਰ ਪੈਂਚਰ ਹੋ ਗਏ, ਫਿਰ ਤੁਰੇ। ਪਰਿਵਾਰ ਸਾਰਾ ਰੋ ਰਿਹਾ ਸੀ। ਪਹਿਲਾਂ ਹੀ ਹੁਕਮ ਕਰ ਦਿੱਤਾ ਸੀ ਵੀ ਜਦੋਂ ਚੋਲਾ ਬਦਲਣਾ, ਤੁਸੀਂ ਉੱਥੇ ਸਾਡੇ ਉਸ ਅੰਤਮ ਸੰਸਕਾਰ ਵੇਲੇ ਨਹੀਂ ਪਹੁੰਚਣਾ। ਇਹ ਵੀ ਖੇਡਾਂ ਨੇ ਨਾ, ਸਾਧੂਆਂ ਨੂੰ ਪਤਾ ਹੈ।
ਕਿਹਨੂੰ ਕੋਲ ਬੁਲਾਉਣਾ ਉਸ ਵਕਤ, ਕਿਹਨੂੰ ਨਹੀਂ। ਜਿਨ੍ਹਾਂ ਘਰ ਸਾਲਾਂ ਬੱਧੀ ਸੇਵਾ ਦਿੱਤੀ ਹੋਵੇ ਉਹਨਾਂ ਨੂੰ ਅੰਤਮ ਦਰਸ਼ਨ ਵੀ ਨਾ ਕਰਨ ਦੇਣ, ਬਹੁਤ ਬੈਰਾਗ ਵਿੱਚ ਉਹ ਰਹਿੰਦੇ। ਉਹਨਾਂ ਦੀਆਂ ਨਿਸ਼ਾਨੀਆਂ ਵੀ ਉਹਨਾਂ ਨੇ ਕਾਫੀ ਸਾਂਭ ਕੇ ਰੱਖੀਆਂ ਹੋਈਆਂ ਨੇ। ਪਰ ਸਭ ਤੋਂ ਵੱਡੀ ਨਿਸ਼ਾਨੀ ਹੈ ਆਪਣੇ ਸਾਰਿਆਂ ਲਈ ਸਾਡੀ ਜ਼ੁਬਾਨ 'ਤੇ ਵਾਹਿਗੁਰੂ ਸ਼ਬਦ ਹੋਵੇ, ਸਾਡੇ ਗਾਤਰੇ ਸ੍ਰੀ ਸਾਹਿਬ 5 ਕਕਾਰ ਹੋਣ, ਸਾਡਾ ਸਿਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਦਾ ਲਈ ਝੁਕਿਆ ਰਵੇ। ਅਤੇ ਫਿਰ ਪਿਆਰਿਓ ਬੰਦਗੀ ਕਰੀਏ ਅਤੇ ਬੰਦਗੀ ਵਾਲਿਆਂ ਦੇ ਜੀਵਨ ਸੁਣੀਏ ਅਤੇ ਪੜ੍ਹਾਂਗੇ। ਫਿਰ ਜਿਹੜੀਆਂ ਰਸਤੇ ਵਿੱਚ ਪ੍ਰਾਪਤੀਆਂ ਅਤੇ ਮੁਸ਼ਕਲਾਂ ਆਉਂਦੀਆਂ ਉਹਨਾਂ ਦਾ ਗਿਆਨ ਹੁੰਦਾ ਹੈ ਅਤੇ ਹੋਰ ਚਾਅ ਚੜ੍ਹਦਾ ਵੀ ਅਸੀਂ ਵੀ ਕਰੀਏ। ਬੈਰਾਗ ਵੀ ਆਉਂਦਾ, ਉਹਨਾਂ ਦੀ ਮਿਹਰ ਵੀ ਹੁੰਦੀ ਏ। ਇਹੋ ਜਿਹੇ ਸਾਨੂੰ ਪਿਆਰੇ ਸਤਿਕਾਰਯੋਗ ਸੰਤ ਬਾਬਾ ਜਵਾਲਾ ਸਿੰਘ ਸਾਹਿਬ ਹਰਖੋਵਾਲ ਵਾਲੇ, ਸਾਡੀ ਸਦਾ ਲਈ ਕੌਮ ਵੱਲੋਂ ਉਹਨਾਂ ਦਾ ਅਦਬ ਸਤਿਕਾਰ ਉਸੇ ਤਰ੍ਹਾਂ ਬਣਿਆ ਰਹੇਗਾ। ਬੇਅੰਤ ਸੇਵਾਵਾਂ ਪੰਥ ਦੀਆਂ ਮਹਾਰਾਜ ਜੀ ਨੇ ਬਾਬਾ ਜੀ ਦੇ ਪਾਵਨ ਪਵਿੱਤਰ ਸਰੀਰ ਤੋਂ ਲਈਆਂ। ਸਤਿਗੁਰੂ ਕਿਰਪਾ ਕਰਨ, ਇਹੋ ਜਿਹੀਆਂ ਬਖਸ਼ੀਆਂ ਰੂਹਾਂ ਦੇ ਸਦਾ ਹੀ ਮਨੁੱਖਤਾ ਨੂੰ ਦੀਦਾਰ ਹੁੰਦੇ ਰਹਿਣ ਅਤੇ ਸਾਡੀ ਅੰਦਰ ਦੀ ਮੰਗ ਜਿਹੜੀ ਹੈ ਪੂਰੀ ਹੁੰਦੀ ਰਵੇ। ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਸਨ ਚਰਨ ਤੂੜ ਮਿਲਦੀ ਰਵੇ। ਇੰਨੇ ਬਚਨ ਪ੍ਰਵਾਨ ਕਰਨੇ ਜੀ। ਭੁੱਲ ਚੁੱਕ ਦੀ ਖਿਮਾ ਕਰਨੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।